ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਈਡੈਂਸ ਗੁਰੂ ਐਨਕੇ ਦੇ ਅਫੀਸ਼ੀਅਲ ਚੈਨਲ ਉੱਤੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜੀ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਪੋਸਟਾਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ। ਜੀ ਹਾਂ, ਪੰਜਾਬ ਪੁਲਿਸ ਵੱਲੋਂ ਸਬ ਇੰਸਪੈਕਟਰ ਦੀਆਂ ਪੋਸਟਾਂ ਦੇ ਲਈ ਜੋ ਨੋਟੀਫਿਕੇਸ਼ਨ ਹੈ ਉਸ ਨੂੰ ਜਾਰੀ ਕਰ ਦਿੱਤਾ ਗਿਆ ਹੈ। ਤਾਂ ਤੁਸੀਂ ਦੇਖ ਸਕਦੇ ਹੋ, ਪੰਜਾਬ ਪੁਲਿਸ ਰਿਕਰੂਟਮੈਂਟ ਫॉर ਦਾ ਪੋਸਟ ਆਫ ਪੁਲਿਸ ਸਬ ਇੰਸਪੈਕਟਰ ਇਨ ਕੈਡਰਸ ਆਫ ਡਿਸਟ੍ਰਿਕਟ ਪੁਲਿਸ ਐਂਡ ਆਰਮਡ ਪੁਲਿਸ 2023। ਤਾਂ ਜ਼ਿਲ੍ਹਾ ਪੁਲਿਸ ਔਰ ਆਰਮਡ ਪੁਲਿਸ ਦੀ ਭਰਤੀ ਦੇ ਲਈ, ਸਬ ਇੰਸਪੈਕਟਰ ਦੀ ਭਰਤੀ ਦੇ ਲਈ ਜੋ ਪੰਜਾਬ ਪੁਲਿਸ ਦੇ ਵੱਲੋਂ ਜੋ ਨੋਟੀਫਿਕੇਸ਼ਨ ਆ ਉਹ ਜਾਰੀ ਕਰ ਦਿੱਤਾ ਗਿਆ ਹੈ। ਤਾਂ ਇਸ ਨੋਟੀਫਿਕੇਸ਼ਨ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ, ਐਡਵਰਟਾਈਜ਼ਮੈਂਟ ਨੰਬਰ 1 ਆਫ 2023, ਡੇਟ ਆਫ ਪਬਲੀਕੇਸ਼ਨ ਕੀ ਹੈ ਜੀ, ਜਨਵਰੀ 31 2023। ਤਾਂ ਹੁਣ ਆਪਾਂ ਇਸ ਨੋਟੀਫਿਕੇਸ਼ਨ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਦੇਖੋ, ਸ਼ੁਰੂ ਦੇ ਵਿੱਚ ਕੀ ਲਿਖਿਆ ਹੈ, ਰਿਕਰੂਟਮੈਂਟ ਪੋਰਟਲ ਫॉर ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਐਂਡ ਫॉर ਰਿਕਰੂਟਮੈਂਟ ਰਿਲੇਟਡ ਇਨਫੋਰਮੇਸ਼ਨ। ਇੱਕ ਸਾਨੂੰ ਜੋ ਲਿੰਕ ਪ੍ਰੋਵਾਈਡ ਕੀਤਾ ਗਿਆ ਹੈ ਜਿਸ ਦੇ ਰਾਹੀਂ ਅਸੀਂ ਆਨਲਾਈਨ ਹੀ ਆਪਣੀ ਐਪਲੀਕੇਸ਼ਨ ਨੂੰ ਸਬਮਿਟ ਕਰਨਾ ਹੈ। ਲਿੰਕ ਹੈ ਜੀ https://iur.is punjab police recruitment 2023। A link to the above mentioned recruitment portal shall also be made available on official Punjab Police website www.punjabpolice.gov.in। और ਜੋ ਇਹ ਪੋਰਟਲ ਹੈ ਜੀ punjabpolice.gov.in, ਇਸ ਪੋਰਟਲ ਦੇ ਰਾਹੀਂ ਵੀ ਤੁਸੀਂ ਇਹਨਾਂ ਪੋਸਟਾਂ ਦੇ ਉੱਤੇ ਅਪਲਾਈ ਕਰ ਸਕਦੇ ਹੋ। ਕੁਝ ਜੋ ਮੇਨ ਪੁਆਇੰਟਸ ਹਨ, ਓਪਨਿੰਗ ਡੇਟ ਐਂਡ ਟਾਈਮ ਫॉर ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ। ਤਾਂ ਕਿਹੜੀ ਤਰੀਕ ਤੋਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ, ਉਹ ਹੈ ਜੀ ਫਰਵਰੀ 7 2023 ਐਟ 7 PM। ਫਰਵਰੀ 7 2023 ਸ਼ਾਮ ਦੇ 7 ਵਜੇ ਤੋਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਨੈਕਸਟ ਹੈ ਜੀ ਕਲੋਜ਼ਿੰਗ ਡੇਟ ਐਂਡ ਟਾਈਮ ਫॉर ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਕੀ ਹੈ ਜੀ, ਫਰਵਰੀ 28 2023 ਐਟ 11:55 PM। 28 ਫਰਵਰੀ 2023 ਰਾਤ ਦੇ 11:55 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਹੀ ਸਾਨੂੰ ਇੱਕ ਹੈਲਪਲਾਈਨ ਨੰਬਰ ਪ੍ਰੋਵਾਈਡ ਕੀਤਾ ਗਿਆ ਹੈ 0226130625। ਤਾਂ ਇਸ ਨੰਬਰ ਤੇ ਅਗਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ, ਸਮੱਸਿਆ ਆਉਂਦੀ ਹੈ, ਤਾਂ ਤੁਸੀਂ ਹੈਲਪ ਦੇ ਲਈ ਇਸ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ। ਗ੍ਰੀਵੈਂਸ ਵਿੰਡੋ ਇੱਕ ਸਾਨੂੰ ਦਿੱਤੀ ਗਈ ਹੈ ਜੀ, ਅਗਰ ਕਿਸੇ ਕਿਸਮ ਦੀ ਕੋਈ ਸਾਨੂੰ ਪ੍ਰੋਬਲਮ ਆਉਂਦੀ ਹੈ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ, ਤਾਂ ਇੱਕ ਜੋ ਸਾਨੂੰ ਪੰਜਾਬ ਪੁਲਿਸ ਰਿਕਰੂਟਮੈਂਟ 2023 ਦੀ ਜੋ ਇੱਕ ਪੋਰਟਲ ਦਿੱਤਾ ਗਿਆ ਹੈ, ਇਸ ਪੋਰਟਲ ਦੇ ਉੱਤੇ ਅਸੀਂ ਆਪਣੀ ਜੋ ਗ੍ਰੀਵੈਂਸ ਹੈ ਉਸ ਨੂੰ ਦਰਜ ਕਰਵਾ ਸਕਦੇ ਹਾਂ। ਤਾਂ ਇੰਟਰੋਡਕਸ਼ਨ ਦੇਖਦੇ ਹਾਂ ਆਪਾਂ। ਇੰਟਰੋਡਕਸ਼ਨ ਦੇ ਵਿੱਚ ਸਾਨੂੰ ਕੀ ਦੱਸਿਆ ਹੈ, ਆਨਲਾਈਨ ਐਪਲੀਕੇਸ਼ਨਸ ਅਵੇਲੇਬਲ ਔਨ ਪੰਜਾਬ ਪੁਲਿਸ ਰਿਕਰੂਟਮੈਂਟ 2023 ਪੋਰਟਲ ਸਾਨੂੰ ਪ੍ਰੋਵਾਈਡ ਕੀਤਾ ਗਿਆ ਹੈ, ਆਰ ਇਨਵਾਈਟਡ ਫਰੋਮ ਇੰਡੀਅਨ ਸਿਟੀਜ਼ਨ ਫॉर ਡਾਇਰੈਕਟ ਰਿਕਰੂਟਮੈਂਟ ਟੂ ਫਿਲ ਵੈਕੈਂਸੀਜ਼ ਆਫ ਸਬ ਇੰਸਪੈਕਟਰ। ਤਾਂ ਸਬ ਇੰਸਪੈਕਟਰ ਦੀਆਂ ਪੋਸਟਾਂ ਨੂੰ ਭਰਨ ਦੇ ਲਈ ਜੋ ਇਹ ਪੋਰਟਲ ਸਾਨੂੰ ਪ੍ਰੋਵਾਈਡ ਕੀਤਾ ਗਿਆ ਹੈ, ਇਸ ਦੇ ਰਾਹੀਂ ਅਸੀਂ ਆਨਲਾਈਨ ਜੋ ਐਪਲੀਕੇਸ਼ਨਸ ਹੈ ਉਹ ਅਪਲਾਈ ਕਰ ਸਕਦੇ ਹਾਂ। ਇਨ ਦਾ 2 ਕੈਡਰਸ ਆਫ ਡਿਸਟ੍ਰਿਕਟ ਪੁਲਿਸ ਐਂਡ ਆਰਮਡ ਪੁਲਿਸ। ਤਾਂ 2 ਕੈਡਰ ਇਹਦੇ ਵਿੱਚ ਜੋ ਭਰਤੀ ਕੀਤੀ ਜਾਣੀ ਹੈ, ਇੱਕ ਤਾਂ ਡਿਸਟ੍ਰਿਕਟ ਪੁਲਿਸ ਹੈ ਔਰ ਇੱਕ ਜੋ ਆਰਮਡ ਪੁਲਿਸ ਹੈ। ਦਾ ਰਿਕਰੂਟਮੈਂਟ ਫॉर ਫਿਲਿੰਗ ਅਪ ਦਾ ਵੈਕੈਂਸੀਜ਼ ਇਨ 2 ਕੈਡਰਸ ਐਜ਼ ਮੈਂਸ਼ਨਡ ਅਬਵ। ਤਾਂ ਜੋ ਕਿਸ ਤਰ੍ਹਾਂ ਅਸੀਂ ਅਪਲਾਈ ਕਰਨਾ ਹੈ ਉਹ ਸਾਨੂੰ ਦੱਸਿਆ ਜਾ ਚੁੱਕਾ ਹੈ। ਸ਼ੈਲ ਬੀ ਕੈਰੀਡ ਆਊਟ ਥਰੂ ਏ ਕਾਮਨ ਐਪਲੀਕੇਸ਼ਨ ਫਾਰਮ। ਇਹਨਾਂ ਦੇ ਲਈ ਇੱਕੋ ਹੀ ਜੋ ਐਪਲੀਕੇਸ਼ਨ ਫਾਰਮ ਹੋਏਗਾ, ਜਿਸ ਨੂੰ ਕਾਮਨ ਐਪਲੀਕੇਸ਼ਨ ਫਾਰਮ ਜਾਂ CAF ਕਿਹਾ ਗਿਆ ਹੈ, ਉਹ ਅਸੀਂ ਭਰਨਾ ਹੈ। ਐਂਡ ਕੰਪਿਊਟਰ ਬੇਸਡ ਟੈਸਟ, ਇਸ ਤੋਂ ਬਿਨਾਂ ਸਾਡਾ ਇੱਕ ਕੰਪਿਊਟਰ ਬੇਸਡ ਟੈਸਟ ਹੋਣਾ ਹੈ ਇਹਨਾਂ ਪੋਸਟਾਂ ਦੇ ਲਈ। ਫੋਲੋਡ ਬਾਏ ਫਿਜ਼ੀਕਲ ਮੈਜ਼ਰਮੈਂਟ ਟੈਸਟ। ਇਸ ਤੋਂ ਬਾਅਦ ਜੋ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕੰਪਿਊਟਰ ਬੇਸਡ ਟੈਸਟ ਹੈ ਜੋ ਕਲੀਅਰ ਕਰ ਲਿਆ ਹੋਏਗਾ। ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ ਜਿਸ ਨੂੰ PST ਕਿਹਾ ਗਿਆ ਹੈ, ਵਿਦ ਸਪੈਸੀਫਾਈਡ ਕੁਆਲੀਫਾਈਂਗ ਪੈਰਾਮੀਟਰਸ, ਜਿਸ ਦੇ ਲਈ ਕੁਛ ਨਾ ਕੁਛ ਜੋ ਪੈਰਾਮੀਟਰਸ ਹੈ ਉਹ ਮਿਥੇ ਗਏ ਹਨ। All the candidates shall be required to indicate their choice of cadres in order of preference in the application form। ਤਾਂ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਆਪਣੀ ਜੋ ਪ੍ਰੈਫਰੈਂਸ ਭਰਨੀ ਹੋਏਗੀ ਕਿ ਉਹਨਾਂ ਨੇ ਡਿਸਟ੍ਰਿਕਟ ਕੈਡਰ ਦੇ ਵਿੱਚ ਜਾਣਾ ਹੈ ਜਾਂ ਫਿਰ ਆਰਮਡ ਪੁਲਿਸ ਦਾ ਜਾ ਕੇ ਜੋ ਕੈਡਰ ਹੈ ਉਸ ਦੇ ਵਿੱਚ ਜਾਣਾ ਹੈ। The allocation of selected candidates to different cadres shall be on the basis of their respective merit। ਤਾਂ ਜਿਸ ਤਰ੍ਹਾਂ ਕੈਂਡੀਡੇਟਸ ਦੀ ਮੈਰਿਟ ਬਣੇਗੀ ਉਸ ਦੇ ਬੇਸ ਦੇ ਉੱਤੇ ਕੈਂਡੀਡੇਟਸ ਨੂੰ ਜੋ ਚੋਣ ਹੈ ਕਰਵਾਈ ਜਾਏਗੀ ਕਿ ਉਹਨਾਂ ਨੇ ਕਿਹੜੇ ਕੈਡਰ ਦੇ ਵਿੱਚ ਉਹ ਜਾਣਾ ਚਾਹੁੰਦੇ ਹਨ।
एंड द इंडिकेट कैडर प्रेफरेंस गिवन अगेंस्ट अवेलेबल कैटेगरी वाइज वैकेंसीज, और जो ये प्रेफरेंस होएगी कैटेगरी वाइज ही लागू होएगी। इन केस ए कैंडिडेट अप्लाइज फॉर ओनली वन कैडर इन द कॉमन एप्लीकेशन फॉर्म, ही शैल बी कंसीडर्ड ओनली फॉर पोस्ट इन दैट कैडर एंड नॉट फॉर पोस्ट इन द अदर कैडर। अगर कोई जो कैंਡੀਡੇਟ ਹੈ ਇੱਕ ਹੀ ਕੈਡਰ ਦੇ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਵਿਚਾਰਿਆ ਵੀ ਉਸੇ ਕੈਡਰ ਦੇ ਲਈ ਹੀ ਜਾਏਗਾ, ਔਰ ਕਿਸੇ ਵੀ ਸਥਿਤੀ ਦੇ ਵਿੱਚ ਉਸ ਨੂੰ ਦੂਜੇ ਕੈਡਰ ਦੇ ਲਈ ਨਹੀਂ ਵਿਚਾਰਿਆ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਪੋਸਟਿੰਗ ਔਰ ਡਿਪਲੋਇਮੈਂਟ ਦੀ। ਤਾਂ ਇਸ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ, ਰਿਕਰੂਟਡ ਕੈਂਡੀਡੇਟਸ ਕੈਨ ਬੀ ਪੋਸਟਡ ਡਿਪਲੋਇਡ ਐਨੀਵੇਅਰ ਇਨ ਪੰਜਾਬ, ਇੰਡੀਆ ਔਰ ਅਬਰੋਡ। ਤਾਂ ਜੋ ਵੀ ਕੈਂਡੀਡੇਟਸ ਨੂੰ ਜਿਨ੍ਹਾਂ ਨੂੰ ਭਰਤੀ ਕੀਤਾ ਜਾਂਦਾ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਾਂ ਫਿਰ ਵਿਦੇਸ਼ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਨੌਕਰੀ ਦੇ ਉੱਤੇ ਰੱਖਿਆ ਜਾ ਸਕਦਾ ਹੈ। ਬੀ ਦੇ ਵਿੱਚ ਕੀ ਦੱਸਿਆ ਗਿਆ, ਐਜ਼ ਪਰ ਸੈਕਸ਼ਨ 4B ਆਫ ਦਾ ਪੰਜਾਬ ਪੁਲਿਸ ਐਕਟ 2007 ਟ੍ਰਾਂਸਫਰ ਆਫ ਏ ਮੈਂਬਰ ਫਰੋਮ ਵਨ ਕੈਡਰ ਟੂ ਅਨਦਰ ਕੈਡਰ ਸ਼ੈਲ ਨੋਟ ਬੀ ਅਲਾਉਡ। ਔਰ ਅਗਰ ਕੋਈ ਕੈਂਡੀਡੇਟ ਕਹਿੰਦਾ ਹੈ ਕਿ ਬਾਅਦ ਦੇ ਵਿੱਚ ਉਸ ਦਾ ਜੋ ਕੈਡਰ ਹੈ ਉਸ ਨੂੰ ਤਬਦੀਲ ਕਰ ਦਿੱਤਾ ਜਾਵੇ, ਜ਼ਿਲ੍ਹਾ ਕੈਡਰ ਤੋਂ ਆਰਮਡ ਪੁਲਿਸ ਦੇ ਵਿੱਚ ਕੀਤਾ ਜਾਵੇ ਜਾਂ ਆਰਮਡ ਪੁਲਿਸ ਤੋਂ ਜ਼ਿਲ੍ਹਾ ਕੈਡਰ ਦੇ ਵਿੱਚ ਕੀਤਾ ਜਾਵੇ, ਤਾਂ ਇਸ ਤਰ੍ਹਾਂ ਨਹੀਂ ਹੋਏਗਾ। ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਕੈਟੇਗਰੀ ਵਾਈਜ਼ ਜੋ ਪੋਸਟਾਂ ਦੀ ਵੰਡ ਹੈ। ਤਾਂ 3 ਨੰਬਰ ਪੁਆਇੰਟ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਟੈਂਟੇਟਿਵ ਵੈਕੈਂਸੀਜ਼ ਆਫ ਸਬ ਇੰਸਪੈਕਟਰਸ ਇਨ ਦਾ ਡਿਸਟ੍ਰਿਕਟ ਪੁਲਿਸ ਐਂਡ ਆਰਮਡ ਪੁਲਿਸ ਕੈਡਰਸ ਆਫ ਪੰਜਾਬ ਪੁਲਿਸ। ਤਾਂ ਕਿਸ ਤਰ੍ਹਾਂ ਜੋ ਕੈਟੇਗਰੀਜ਼ ਵਾਈਜ਼ ਵੰਡ ਕੀਤੀ ਗਈ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਡਿਸਟ੍ਰਿਕਟ ਪੁਲਿਸ ਕੈਡਰ ਦੀ। ਤਾਂ ਡਿਸਟ੍ਰਿਕਟ ਪੁਲਿਸ ਕੈਡਰ ਦੇ ਵਿੱਚ ਅਗਰ ਆਪਾਂ ਜਨਰਲ ਕੈਟੇਗਰੀ ਦੀ ਗੱਲ ਕਰੀਏ, ਓਪਨ ਕੈਟੇਗਰੀ ਦੀ ਗੱਲ ਕਰੀਏ ਜਾਂ ਜਿਸ ਨੂੰ ਅਨਰਿਜ਼ਰਵਡ ਕੈਟੇਗਰੀ ਵੀ ਕਿਹਾ ਜਾਂਦਾ ਹੈ, ਤਾਂ ਇਸ ਦੀਆਂ ਜੋ ਟੋਟਲ ਵੈਕੈਂਸੀਜ਼ ਹਨ ਉਹ ਹਨ ਜੀ 62 ਪੋਸਟਾਂ। ਔਰ ਇਹਦੇ ਵਿੱਚ ਜੋ ਵੈਕੈਂਸੀ ਰਿਜ਼ਰਵ ਫॉर ਵੂਮਨ, ਸਿਰਫ ਤੇ ਸਿਰਫ ਜੋ ਔਰਤ ਕੈਂਡੀਡੇਟ ਦੇ ਲਈ ਜੋ ਪੋਸਟਾਂ ਜੋ ਰਾਖਵੀਆਂ ਹਨ ਉਹ ਹਨ ਜੀ 17। ਇਹ ਦੇਖ ਸਕਦੇ ਹੋ ਤੁਸੀਂ, ਇਹ ਸਿਰਫ ਉਹ ਪੋਸਟਾਂ ਹਨ ਜੋ ਕਿ ਵੂਮਨ ਕੈਂਡੀਡੇਟਸ ਦੇ ਲਈ ਰਾਖਵੀਆਂ ਹਨ। ਤਾਂ ਨੈਕਸਟ ਅਸੀਂ ਦੇਖਦੇ ਹਾਂ ਜੀ ਸ਼ਡਿਊਲ ਕਾਸਟ। ਸ਼ਡਿਊਲ ਕਾਸਟ ਦੇ ਲਈ ਜੋ ਟੋਟਲ ਪੋਸਟਾਂ ਹਨ ਉਹ ਹਨ ਜੀ 15, ਔਰ ਇਹਦੇ ਵਿੱਚੋਂ ਜੋ 6 ਪੋਸਟਾਂ ਹਨ ਇਹ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਨੈਕਸਟ ਹੈ ਜੀ ਸ਼ਡਿਊਲ ਕਾਸਟ ਰਮਦਾਸੀਆ ਐਂਡ ਅਦਰਸ, ਜਿਸ ਨੂੰ ਅਸੀਂ ਆਰ ਐਂਡ ਓ ਕਹਿੰਦੇ ਹਾਂ। ਇਹਦੇ ਲਈ ਟੋਟਲ 15 ਪੋਸਟਾਂ ਹਨ, ਔਰ ਜਿਹਦੇ ਵਿੱਚੋਂ 6 ਪੋਸਟਾਂ ਵੂਮਨ ਕੈਂਡੀਡੇਟਸ ਦੇ ਲਈ ਰਾਖਵੀਆਂ ਹਨ। ਨੈਕਸਟ ਹੈ ਜੀ ਬੈਕਵਰਡ ਕਲਾਸਿਸ, ਇਸ ਦੇ ਲਈ ਟੋਟਲ 15 ਪੋਸਟਾਂ ਔਰ ਉਸੇ ਤਰ੍ਹਾਂ 6 ਪੋਸਟਾਂ ਜੋ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਨੈਕਸਟ ਹੈ ਜੀ ਐਕਸ ਸਰਵਿਸਮੈਨ ਸ਼ਡਿਊਲ ਕਾਸਟ, ਇਹਦੇ ਲਈ 3 ਪੋਸਟਾਂ ਹਨ ਟੋਟਲ, ਔਰ ਵੂਮਨ ਕੈਂਡੀਡੇਟ ਦੇ ਲਈ ਕੋਈ ਵੀ ਪੋਸਟ ਰਾਖਵੀਂ ਨਹੀਂ ਹੈ। ਨੈਕਸਟ ਹੈ ਜੀ ਐਕਸ ਸਰਵਿਸਮੈਨ ਸ਼ਡਿਊਲ ਕਾਸਟ ਰਮਦਾਸੀਆ ਐਂਡ ਅਦਰਸ, ਇਹ ਵੀ ਐਕਸ ਸਰਵਿਸਮੈਨ ਦੇ ਲਈ ਹੈ। ਇਹਦੇ ਵਿੱਚ 2 ਪੋਸਟਾਂ ਓਪਨ ਕੈਟੇਗਰੀ ਦੇ ਲਈ ਹਨ, ਔਰ ਵੂਮਨ ਕੈਂਡੀਡੇਟ ਦੇ ਲਈ ਕੋਈ ਪੋਸਟ ਇਹਨਾਂ ਵਿੱਚ ਰਾਖਵੀਂ ਨਹੀਂ ਹੈ। ਅੱਗੇ ਹੈ ਜੀ ਐਕਸ ਸਰਵਿਸਮੈਨ ਬੈਕਵਰਡ ਕਲਾਸਿਸ, ਟੋਟਲ 3 ਪੋਸਟਾਂ ਹਨ, ਔਰ ਵੂਮਨ ਕੈਂਡੀਡੇਟ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ। ਵਾਰਡਸ ਆਫ ਪੁਲਿਸ ਪਰਸਨਲ, ਉਹ ਲੋਕ ਜਿਨ੍ਹਾਂ ਦੇ ਫਾਦਰ ਔਰ ਮਦਰ ਦੇ ਵਿੱਚੋਂ ਕੋਈ ਵੀ ਜੋ ਪੁਲਿਸ ਦੇ ਵਿੱਚ ਹੈ, ਉਹਨਾਂ ਦੇ ਬੱਚਿਆਂ ਦੇ ਲਈ 3 ਪੋਸਟਾਂ ਹਨ, ਔਰ ਇੱਕ ਜੋ ਪੋਸਟ ਹੈ ਉਹ ਵੂਮਨ ਕੈਂਡੀਡੇਟ ਦੇ ਲਈ ਰਾਖਵੀਂ ਹੈ। ਇਕਨੋਮਿਕਲੀ ਵੀਕਰ ਸੈਕਸ਼ਨ, ਟੋਟਲ 15 ਪੋਸਟਾਂ ਹਨ, ਔਰ 6 ਪੋਸਟਾਂ ਜੋ ਹਨ ਉਹ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਵਾਰਡਸ ਆਫ ਫਰੀडम ਫਾਈਟਰ, ਟੋਟਲ 1 ਪੋਸਟ ਹੈ ਜੀ, ਔਰ ਵੂਮਨ ਕੈਂਡੀਡੇਟ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ। ਤਾਂ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਟੋਟਲ 144 ਪੋਸਟਾਂ ਹਨ ਜੋ ਡਿਸਟ੍ਰਿਕਟ ਕੈਡਰ ਦੇ ਲਈ ਕੱਢੀਆਂ ਗਈਆਂ ਹਨ, ਔਰ ਇਹਦੇ ਵਿੱਚੋਂ ਜੋ 48 ਜੋ ਪੋਸਟਾਂ ਹਨ ਉਹ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਆਰਮਡ ਪੁਲਿਸ ਕੈਡਰ ਦੀ। ਆਰਮਡ ਪੁਲਿਸ ਕੈਡਰ ਦੇ ਵਿੱਚ ਅਗਰ ਜਨਰਲ ਕੈਟੇਗਰੀ ਦੀ ਗੱਲ ਕੀਤੀ ਜਾਵੇ ਤਾਂ ਟੋਟਲ 61 ਪੋਸਟਾਂ ਹਨ ਜੀ, ਔਰ ਇਹਦੇ ਵਿੱਚੋਂ 18 ਪੋਸਟਾਂ ਹਨ ਜੋ ਵੂਮਨ ਕੈਂਡੀਡੇਟ, ਔਰਤ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਸ਼ਡਿਊਲ ਕਾਸਟ ਦੀ ਗੱਲ ਕਰਦੇ ਹਾਂ ਜੀ, ਜਿਹਦੇ ਵਿੱਚ ਬਾਲਮੀਕ ਮਜ਼੍ਹਬੀ ਸਿੱਖ ਆਉਂਦੇ ਹਨ। 16 ਟੋਟਲ ਪੋਸਟਾਂ ਹਨ, ਔਰ 7 ਪੋਸਟਾਂ ਹਨ ਜੋ ਉਹ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਨੈਕਸਟ ਹੈ ਜੀ ਸ਼ਡਿਊਲ ਕਾਸਟ ਰਮਦਾਸੀਆ ਐਂਡ ਅਦਰਸ, ਟੋਟਲ 15 ਪੋਸਟਾਂ ਹਨ, ਜਿਸ ਦੇ ਵਿੱਚੋਂ 6 ਪੋਸਟਾਂ ਹਨ ਜੋ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਬੈਕਵਰਡ ਕਲਾਸਿਸ, ਟੋਟਲ ਪੋਸਟਾਂ ਹਨ ਜੀ 15, ਔਰ ਉਸੇ ਤਰ੍ਹਾਂ 6 ਪੋਸਟਾਂ ਹਨ ਜੋ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਐਕਸ ਸਰਵਿਸਮੈਨ ਜਨਰਲ, ਟੋਟਲ 11 ਪੋਸਟਾਂ ਹਨ, ਔਰ 6 ਪੋਸਟਾਂ ਹਨ ਜੋ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਐਕਸ ਸਰਵਿਸਮੈਨ ਸ਼ਡਿਊਲ ਕਾਸਟ, ਟੋਟਲ 3 ਪੋਸਟਾਂ ਹਨ, ਔਰ ਵੂਮਨ ਕੈਂਡੀਡੇਟ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ। ਐਕਸ ਸਰਵਿਸਮੈਨ ਸ਼ਡਿਊਲ ਕਾਸਟ ਰਮਦਾਸੀਆ ਐਂਡ ਅਦਰਸ, ਟੋਟਲ 2 ਪੋਸਟਾਂ ਹਨ, ਔਰ ਵੂਮਨ ਕੈਂਡੀਡੇਟ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ। ਐਕਸ ਸਰਵਿਸਮੈਨ ਬੈਕਵਰਡ ਕਲਾਸਿਸ,
ਟੋਟਲ 3 ਪੋਸਟਾਂ ਹਨ ਔਰ ਵੂਮਨ ਕੈਂਡੀਡੇਟ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ। ਵਾਰਡਸ ਆਫ ਪੁਲਿਸ ਪਰਸਨਲ, ਪੁਲਿਸ ਅਧਿਕਾਰੀਆਂ ਦੇ ਬੱਚੇ ਜਾਂ ਜਿਨ੍ਹਾਂ ਦੇ ਮਾਤਾ-ਪਿਤਾ ਪਹਿਲਾਂ ਪੁਲਿਸ ਦੇ ਵਿੱਚ ਨੌਕਰੀ ਕਰ ਰਹੇ ਹਨ, ਉਹਨਾਂ ਲਈ ਟੋਟਲ 3 ਪੋਸਟਾਂ ਹਨ ਔਰ ਜਿਸ ਦੇ ਵਿੱਚੋਂ ਇੱਕ ਪੋਸਟ ਹੈ ਜੋ ਵੂਮਨ ਕੈਂਡੀਡੇਟ ਦੇ ਲਈ ਰਾਖਵੀਂ ਹੈ। ਇਕਨੋਮਿਕਲ ਵੀਕਰ ਸੈਕਸ਼ਨ ਭਾਵ ਕਿ ਉਹ ਲੋਕ ਜੋ ਕਿ ਆਰਥਿਕ ਪੱਖ ਤੋਂ ਕਮਜ਼ੋਰ ਹਨ, ਉਹਨਾਂ ਦੇ ਲਈ ਟੋਟਲ 14 ਪੋਸਟਾਂ ਹਨ ਔਰ ਜੋ 5 ਪੋਸਟਾਂ ਹਨ ਉਹ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਵਾਰਡਸ ਆਫ ਫਰੀडम ਫਾਈਟਰਸ, ਉਹ ਕੈਂਡੀਡੇਟ ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਜਿਨ੍ਹਾਂ ਦੇ ਫੋਰਫਾਦਰਸ ਜੋ ਫਰੀडम ਫਾਈਟਰਸ ਹਨ, ਉਹਨਾਂ ਦੇ ਲਈ ਟੋਟਲ 1 ਵੈਕੈਂਸੀ ਹੈ ਔਰ ਵੂਮਨ ਕੈਂਡੀਡੇਟ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ। ਤਾਂ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਆਰਮ ਪੁਲਿਸ ਦੇ ਵਿੱਚ ਵੀ ਟੋਟਲ 144 ਪੋਸਟਾਂ ਹਨ ਔਰ ਇਸ ਦੇ ਵਿੱਚ ਜੋ 49 ਪੋਸਟਾਂ ਹਨ ਉਹ ਵੂਮਨ ਕੈਂਡੀਡੇਟ ਦੇ ਲਈ ਰਾਖਵੀਆਂ ਹਨ। ਕੁਝ ਸਾਨੂੰ ਨੋਟ ਦੱਸੇ ਗਏ ਹਨ ਜਿਨ੍ਹਾਂ ਵੱਲ ਅਸੀਂ ਵਿਸ਼ੇਸ਼ ਧਿਆਨ ਦੇਣਾ ਹੈ। The number of post vacancies may be increased or decreased by the Punjab government, Punjab police at any time before the completion of the recruitment process without giving any prior notice to the candidates। ਤਾਂ ਇਹਦੇ ਵੀ ਸਾਨੂੰ ਸਪਸ਼ਟ ਦੱਸਿਆ ਗਿਆ ਹੈ ਕਿ ਜੋ ਪੋਸਟਾਂ ਦੀ ਗਿਣਤੀ ਹੈ ਉਹ ਕਿਸੇ ਵੀ ਸਮੇਂ ਪੰਜਾਬ ਸਰਕਾਰ ਦੁਆਰਾ, ਪੰਜਾਬ ਪੁਲਿਸ ਦੇ ਦੁਆਰਾ ਕੈਂਡੀਡੇਟਸ ਨੂੰ ਬਿਨਾਂ ਇਨਫੋਰਮ ਕੀਤੇ ਘਟਾਈ ਜਾਂ ਵਧਾਈ ਜਾ ਸਕਦੀ ਹੈ। ਕਦੋਂ ਤੱਕ? ਬਿਫੋਰ ਦਾ ਕੰਪਲੀਸ਼ਨ ਆਫ ਦਾ ਰਿਕਰੂਟਮੈਂਟ ਪ੍ਰੋਸੈਸ, ਜਦੋਂ ਤੱਕ ਇਹ ਭਰਤੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਕਿਸੇ ਵੀ ਸਮੇਂ ਜਿਹੜੀ ਇਹ ਜੋ ਟੋਟਲ ਵੈਕੈਂਸੀਜ਼ ਹੈ ਇਹਨਾਂ ਦੀ ਗਿਣਤੀ ਘਟਾਈ ਔਰ ਵਧਾਈ ਜਾ ਸਕਦੀ ਹੈ। ਦੂਸਰਾ ਨੋਟ ਕੀ ਦੱਸਿਆ ਗਿਆ ਜੀ? The reservation for scheduled caste and backward classes shall be strictly implemented in accordance with the Punjab Scheduled Caste and Backward Classes Act 2006 as amended from time to time and existing instructions of the Punjab government। ਤਾਂ ਜੋ ਰਿਜ਼ਰਵੇਸ਼ਨ ਹੈ ਜੋ SC ਦੇ ਲਈ, ਸ਼ਡਿਊਲ ਕਾਸਟ ਦੇ ਲਈ ਔਰ ਬੈਕਵਰਡ ਕਲਾਸਿਸ ਦੇ ਲਈ, ਇਹ ਜੋ ਹੋਏਗੀ ਇਹ ਜੋ 2006 ਦਾ ਐਕਟ ਬਣਿਆ ਹੋਇਆ ਹੈ ਸ਼ਡਿਊਲ ਕਾਸਟ ਦੇ ਲਈ ਔਰ ਬੈਕਵਰਡ ਕਲਾਸਿਸ ਦੇ ਲਈ, ਬਿਲਕੁਲ ਉਸ ਐਕਟ ਦੇ ਅਕੋਰਡਿੰਗ ਹੀ ਜੋ ਇਹ ਰਿਜ਼ਰਵੇਸ਼ਨ ਹੋਏਗੀ। ਨੋਟ ਥਰਡ ਕੀ ਹੈ ਜੀ? ਦ ਰਿਜ਼ਰਵੇਸ਼ਨ ਫॉर ਐਕਸ ਸਰਵਿਸਮੈਨ ਵਾਈਫ or dependent child of an ex-serviceman, grandchild of a gallantry award winner shall be implemented in accordance with the Punjab Recruitment of Ex-Servicemen Rules 1982 as amended from time to time। ਤਾਂ ਇਹਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ ਜੀ ਕਿ ਜੋ ਐਕਸ ਸਰਵਿਸਮੈਨ ਦੀ ਰਿਜ਼ਰਵੇਸ਼ਨ ਹੈ ਉਹ ਜੋ ਐਕਸ ਸਰਵਿਸਮੈਨ ਦੇ ਲਈ ਰੂਲਸ ਬਣੇ ਹਨ 1982 ਦੇ, ਤਾਂ ਉਹਨਾਂ ਦੇ ਅਕੋਰਡਿੰਗ ਹੀ ਜੋ ਇਹ ਰਿਜ਼ਰਵੇਸ਼ਨ ਹੈ ਉਹ ਹੋਏਗੀ। ਨੋਟ 4 ਦੀ ਗੱਲ ਕਰਦੇ ਹਾਂ ਜੀ। ਸੈਂਟਰਲ ਆਰਮਡ ਪੁਲਿਸ ਫੋਰਸਿਸ, ਜਿਹਦੇ 'ਚ BSF ਆ ਜਾਂਦੀ ਹੈ, CRPF ਆ ਜਾਂਦੀ ਹੈ, ITBP ਆ ਜਾਂਦੀ ਹੈ, CISF ਆ ਜਾਂਦੀ ਹੈ, SSB ਆ ਜਾਂਦੀ ਹੈ। employees are not eligible to be considered for recruitment under the ex serviceman category। ਤਾਂ ਇਹਨਾਂ ਦੇ ਵਿੱਚ ਜੋ ਵੀ ਕੈਂਡੀਡੇਟਸ ਕੰਮ ਕਰ ਰਹੇ ਹਨ ਉਹਨਾਂ ਨੂੰ ਐਕਸ ਸਰਵਿਸਮੈਨ ਦਾ ਜੋ ਲਾਭ ਹੈ ਉਹ ਨਹੀਂ ਮਿਲੇਗਾ। ਨੈਕਸਟ ਨੋਟ 5 ਕੀ ਹੈ ਜੀ? The reservation for economical weaker section shall be implemented strictly in accordance with the Punjab Government Department of Social Justice, Empowerment and Minorities instructions issued wide letter number ਦਿੱਤਾ ਗਿਆ ਹੈ ਸਾਨੂੰ। ਤਾਂ ਜੋ ਇਕਨੋਮਿਕਲ ਵੀਕਰ ਸੈਕਸ਼ਨ ਦੀ ਲਈ ਜੋ ਰਿਜ਼ਰਵੇਸ਼ਨ ਹੈ ਉਹ ਇਸ ਦੇ ਅਕੋਰਡਿੰਗ ਹੀ ਜੋ ਇਹ ਰੂਲਸ ਹਨ, ਇਹਨਾਂ ਰੂਲਸ ਦੇ ਅਕੋਰਡਿੰਗ ਹੀ ਜੋ ਰਿਜ਼ਰਵੇਸ਼ਨ ਆ ਉਹ ਦਿੱਤੀ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਨੋਟ ਨੰਬਰ 6 ਦੀ। ਇਸ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ? The reservation for women shall be implemented in accordance with the instructions of Government of Punjab, Department of Social Security, Women and Child Development। ਨੋਟੀਫਿਕੇਸ਼ਨ ਦਾ ਨੰਬਰ ਦਿੱਤਾ ਗਿਆ ਹੈ ਐਂਡ ਦਾ ਐਗਜ਼ਿਸਟਿੰਗ ਇੰਸਟਰਕਸ਼ਨਸ ਆਫ ਦਾ ਪੰਜਾਬ ਗਵਰਨਮੈਂਟ। ਭਾਵ ਕੀ ਹੈ ਕਿ ਜੋ ਵੂਮੈਨ ਦੇ ਲਈ ਜੋ ਰਿਜ਼ਰਵੇਸ਼ਨ ਹੈ ਉਹ ਜੋ ਨੋਟੀਫਿਕੇਸ਼ਨ ਹੋਇਆ ਸੀਗਾ 2020 ਦੇ ਵਿੱਚ ਔਰ ਜੋ ਪੰਜਾਬ ਸਰਕਾਰ ਦੀਆਂ ਜੋ ਮੌਜੂਦਾ ਹਦਾਇਤਾਂ ਹਨ ਉਸ ਦੇ ਅਕੋਰਡਿੰਗ ਹੀ ਜੋ ਵੂਮੈਨ ਦੀ ਜਿਹੜੀ ਰਿਜ਼ਰਵੇਸ਼ਨ ਆ ਉਹ ਹੋਏਗੀ। ਨੋਟ 7 ਕੀ ਹੈ ਜੀ? The reservation for wards of freedom fighters shall be implemented in accordance with the instructions issued by Punjab government from time to time। ਭਾਵ ਕਿ ਜੋ ਫਰੀडम ਫਾਈਟਰਸ ਦੇ ਕੈਟੇਗਰੀ ਦੇ ਵਿੱਚ ਜੋ ਕੈਂਡੀਡੇਟਸ ਜੋ ਰਿਜ਼ਰਵੇਸ਼ਨ ਲੈਣਾ ਚਾਹੁੰਦੇ ਹਨ ਤਾਂ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਹਦਾਇਤਾਂ ਦੇ ਅਕੋਰਡਿੰਗ ਹੀ ਜੋ ਇਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਏਗੀ। ਨੋਟ 8 ਕੀ ਹੈ ਜੀ? There shall be 2% reservation under the wards of police personnel category। ਉਹਨਾਂ ਬੱਚਿਆਂ ਦੇ ਲਈ ਜੋ ਜਿਨ੍ਹਾਂ ਦੇ ਮਾਤਾ ਪਿਤਾ ਪਹਿਲਾਂ ਹੀ ਪੁਲਿਸ ਵਿਭਾਗ ਦੇ ਵਿੱਚ ਕੰਮ ਕਰਦੇ ਹਨ
ਉਹਨਾਂ ਦੇ ਲਈ 2% ਰਿਜ਼ਰਵੇਸ਼ਨ ਹੈ ਜੋ ਰੱਖੀ ਗਈ ਹੈ। The benefit of this reservation can only be claimed by those wards of police personnel who have wards of police personnel certificate issued by the office of DGP ਪੰਜਾਬ। ਤਾਂ ਇਹ ਰਿਜ਼ਰਵੇਸ਼ਨ ਸਿਰਫ ਉਹਨਾਂ ਹੀ ਕੈਂਡੀਡੇਟਸ ਨੂੰ ਮਿਲੂਗੀ ਜਿਨ੍ਹਾਂ ਵੱਲੋਂ ਜੋ ਸਰਟੀਫਿਕੇਟਸ ਹੈ ਵਾਰਡਸ ਦਾ ਪੁਲਿਸ ਪਰਸਨਲ ਦੇ ਵਾਰਡ ਦਾ ਸਰਟੀਫਿਕੇਟ ਜੋ ਹੈ ਡੀਜੀਪੀ ਵੱਲੋਂ ਜੋ ਜਾਰੀ ਕੀਤਾ ਜਾਂਦਾ ਹੈ ਉਹ ਬਣਿਆ ਹੋਏਗਾ। ਓਨਲੀ ਵਨ ਵਾਰਡ ਆਫ ਪੁਲਿਸ ਪਰਸਨਲ ਕੈਨ ਕਲੇਮ ਦਾ ਬੈਨੀਫਿਟ ਆਫ ਰਿਜ਼ਰਵੇਸ਼ਨ ਅੰਡਰ ਦਾ ਵਾਰਡਸ ਆਫ ਪੁਲਿਸ ਪਰਸਨਲ ਕੈਟੇਗਰੀ। ਤਾਂ ਇਹਦੇ ਵਿੱਚ ਇੱਕ ਗੱਲ ਸਾਨੂੰ ਵਿਸ਼ੇਸ਼ ਤੌਰ ਤੇ ਦੱਸੀ ਗਈ ਹੈ ਕਿ ਪੁਲਿਸ ਪਰਸਨਲ ਦੇ ਵਾਰਡ ਦੀ ਕੈਟੇਗਰੀ ਸੰਬੰਧੀ ਸਿਰਫ ਇੱਕ ਕੈਂਡੀਡੇਟ ਨੂੰ ਹੀ ਲਾਭ ਮਿਲੇਗਾ। ਮੰਨ ਲਓ ਕਿ ਕਿਸੇ ਪੁਲਿਸ ਅਧਿਕਾਰੀ ਦੇ 2 ਬੱਚੇ ਹਨ ਔਰ ਦੋਨੋਂ ਹੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਦੋਨਾਂ ਦੇ ਵਿੱਚੋਂ ਸਿਰਫ ਇੱਕ ਜੋ ਬੱਚਾ ਹੋਏਗਾ ਉਸ ਨੂੰ ਹੀ ਇਸ ਕੈਟੇਗਰੀ ਦਾ ਜੋ ਲਾਭ ਹੈ ਉਹ ਮਿਲੇਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਪੇ ਸਕੇਲ ਦੀ। ਪੇ ਸਕੇਲ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ, ਐਜ਼ ਪਰ ਦਾ ਪੰਜਾਬ ਗਵਰਨਮੈਂਟ ਨੋਟੀਫਿਕੇਸ਼ਨ ਨੰਬਰ ਸਾਨੂੰ ਦੱਸਿਆ ਗਿਆ ਹੈ ਜੋ ਕਿ 29 ਦਸੰਬਰ 2020 ਨੂੰ ਜਾਰੀ ਕੀਤਾ ਗਿਆ ਸੀ। ਪੇ ਸਕੇਲ ਆਫ ਦਾ ਪੋਸਟ ਸਬ ਇੰਸਪੈਕਟਰ is ₹35,400 and minimum pay admissible of ₹35,400 per month for 3 years from the date of joining in service। ਤਾਂ ਜੋ 29 ਦਸੰਬਰ 2020 ਨੂੰ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪੇ ਦੇ ਸੰਬੰਧ ਵਿੱਚ, ਤਾਂ ਉਸ ਦੇ ਰਾਹੀਂ ਦੱਸਿਆ ਗਿਆ ਹੈ ਕਿ 35,400 ਰੁਪਇਆ ਹੀ ਉੱਕਾ ਪੁੱਕਾ ਤਨਖਾਹ ਦਿੱਤੀ ਜਾਏਗੀ ਜੋ ਕਿ ਇਸ ਕੇਡਰ ਦੀ ਮਿਨੀਮਮ ਪੇ ਹੈ 3 ਸਾਲ ਦੇ ਲਈ। 3 ਸਾਲ ਜੋ ਕਿ ਇੱਕ ਪ੍ਰੋਬੇਸ਼ਨ ਦਾ ਸਮਾਂ ਹੁੰਦਾ ਹੈ, ਤਾਂ ਉਹ ਸਮੇਂ ਦੌਰਾਨ ਜੋ ਇਸ ਕੇਡਰ ਦੀ ਜੋ ਮਿਨੀਮਮ ਤਨਖਾਹ 35,400 ਰੁਪਏ ਹੈ ਉਹ ਹੀ ਜੋ ਕੈਂਡੀਡੇਟਸ ਨੂੰ ਦਿੱਤੀ ਜਾਏਗੀ। ਐਸੈਂਸ਼ੀਅਲ ਐਲੀਜੀਬਿਲਿਟੀ ਰਿਕੁਆਇਰਮੈਂਟ ਫॉर ਕੈਂਡੀਡੇਟ, ਕੀ ਐਲੀਜੀਬਿਲਿਟੀ ਹੈ ਤਾਂ ਉਸ ਦੇ ਬਾਰੇ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਨੈਸ਼ਨੈਲਿਟੀ ਦੀ। ਦ ਕੈਂਡੀਡੇਟ ਸ਼ੁੱਡ ਬੀ ਏ ਸਿਟੀਜ਼ਨ ਆਫ ਇੰਡੀਆ। ਜੋ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਹ ਭਾਰਤ ਦਾ ਨਾਗਰਿਕ ਹੋਵੇ। who has not obtained the citizenship permanent residency green card of any other country, ਔਰ ਉਸ ਨੂੰ ਕਿਸੇ ਵੀ ਹੋਰ ਦੇਸ਼ ਦੀ ਸਿਟੀਜ਼ਨਸ਼ਿਪ ਨਾਗਰਿਕਤਾ ਨਾ ਮਿਲੀ ਹੋਵੇ, ਉੱਥੋਂ ਦਾ ਉਹ ਪਰਮਾਨੈਂਟ ਰੈਜ਼ੀਡੈਂਸ ਨਹੀਂ ਹੋਣਾ ਚਾਹੀਦਾ ਔਰ ਨਾ ਹੀ ਉਹ ਉੱਥੋਂ ਦਾ ਗ੍ਰੀਨ ਕਾਰਡ ਜੋ ਹੋ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਏਜ ਦੀ। ਕਿੰਨੀ ਏਜ ਹੈ ਜੋ ਇਹਨਾਂ ਪੋਸਟਾਂ ਲਈ ਰਿਕੁਆਇਰਡ ਹੈ ਉਸ ਦੇ ਬਾਰੇ ਅਸੀਂ ਗੱਲ ਕਰਾਂਗੇ। ਐਲੀਜੀਬਿਲਿਟੀ ਕ੍ਰਾਈਟੇਰੀਆ ਰਿਗਾਰਡਿੰਗ ਏਜ ਸ਼ੈਲ ਬੀ ਐਜ਼ ਫੋਲੋਜ਼। ਮਿਨੀਮਮ ਐਜ਼ ਔਨ ਜਨਵਰੀ 1 2023, ਜਨਵਰੀ 1 2023 ਨੂੰ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਜੀ 18 ਸਾਲ। ਮੈਕਸਿਮਮ ਏਜ ਹੈ ਨੂੰ ਜਨਵਰੀ 1 2023, 1 ਜਨਵਰੀ 2023 ਨੂੰ ਵੱਧੋ ਵੱਧ ਉਮਰ ਕਿੰਨੀ ਹੋਣੀ ਚਾਹੀਦੀ ਹੈ 28 ਸਾਲ। ਰਿਲੈਕਸੇਸ਼ਨ ਇਨ ਏਜ ਸ਼ੈਲ ਹਾਊਐਵਰ ਬੀ ਐਪਲੀਕੇਬਲ ਐਜ਼ ਮੈਂਸ਼ਨ ਬਿਲੋ। ਤਾਂ ਕੁਝ ਖਾਸ ਮੌਕਿਆਂ ਦੇ ਲਈ, ਕੁਝ ਖਾਸ ਕੈਟੇਗਰੀਜ਼ ਦੇ ਲਈ ਜੋ ਏਜ ਦੇ ਵਿੱਚ ਛੋੜ ਦਿੱਤੀ ਗਈ ਹੈ ਉਹ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਪੁਆਇੰਟ ਨੰਬਰ 1 ਤੇ। ਤਾਂ ਇਹਦੇ ਵਿੱਚ ਦੇਖੋ ਅਸੀਂ ਕੀ ਸਾਨੂੰ ਦੱਸਿਆ ਗਿਆ ਹੈ, ਰਿਲੈਕਸੇਸ਼ਨ ਅਪ ਟੂ 5 ਇਅਰਸ, 5 ਸਾਲਾਂ ਦੀ ਜੋ ਛੋਟ ਮਿਲੇਗੀ ਉਮਰ ਦੇ ਵਿੱਚ। ਇਨ ਦਾ ਪ੍ਰੈਸਕ੍ਰਾਈਬਡ ਅਪਰ ਏਜ ਲਿਮਿਟ ਹੈਜ਼ ਬੀਨ ਗ੍ਰਾਂਟਡ ਟੂ ਦਾ ਕੈਂਡੀਡੇਟਸ ਬਿਲੋਂਗਿੰਗ ਟੂ ਦਾ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ who are residents of Punjab, as such maximum age for such candidate shall be 33 years as on January 1 2023। ਉਹ ਸ਼ਡਿਊਲ ਕਾਸਟ ਔਰ ਬੈਕਵਰਡ ਕਲਾਸਿਸ ਦੇ ਕੈਂਡੀਡੇਟ ਜਿਹੜੇ ਕਿ ਪੰਜਾਬ ਦੇ ਨਾਗਰਿਕ ਹਨ ਉਹਨਾਂ ਨੂੰ 5 ਸਾਲ ਦੀ ਜੋ ਉੱਪਰਲੀ ਉਮਰ ਹੱਦ ਦੇ ਵਿੱਚ ਛੋੜ ਦਿੱਤੀ ਗਈ ਹੈ। ਜਿਵੇਂ ਕਿ ਉੱਪਰਲੀ ਉਮਰ ਹੱਦ 28 ਸਾਲ ਹੈ ਤਾਂ ਉਹਨਾਂ ਨੂੰ 5 ਸਾਲ ਦੀ ਛੋੜ ਦਿੱਤੀ ਗਈ ਹੈ, ਤਾਂ ਉਹਨਾਂ ਦੇ ਲਈ 1 ਜਨਵਰੀ 2023 ਨੂੰ 33 ਸਾਲ ਦੀ ਉਮਰ ਤੱਕ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਨ। ਨੈਕਸਟ ਜੋ ਕੈਟੇਗਰੀ ਹੈ ਜੀ ਉਹ ਹੈ ਐਕਸ ਸਰਵਿਸਮੈਨ ਦੀ। ਐਕਸ ਸਰਵਿਸਮੈਨ ਹੂ ਆਰ ਰੈਜ਼ੀਡੈਂਟਸ ਆਫ ਪੰਜਾਬ, ਉਹ ਐਕਸ ਸਰਵਿਸਮੈਨ ਜਿਹੜੇ ਕਿ ਪੰਜਾਬ ਦੇ ਨਾਗਰਿਕ ਹਨ shall be allowed to deduct the period of his her service in the armed forces of the union from his her actual age। ਉਹ ਆਪਣੀ ਅਸਲ ਉਮਰ ਦੇ ਵਿੱਚੋਂ ਜਿਹੜਾ ਸਮਾਂ ਉਹਨਾਂ ਨੇ ਆਰਮਡ ਫੋਰਸਿਸ ਦੇ ਵਿੱਚ ਨੌਕਰੀ ਦੇ ਵਿੱਚ ਲਗਾਇਆ ਹੈ ਉਹ ਘਟਾ ਸਕਦੇ ਹਨ। and if the resultant age does not exceed the maximum age limit prescribed for direct recruitment to such a vacancy by more than 3 years, ਔਰ ਅਗਰ ਇਹ ਜੋ ਏਜ ਆਂਦੀ ਹੈ ਉਹ ਮੈਕਸਿਮਮ ਏਜ ਤੋਂ ਘੱਟ ਰਹਿੰਦੀ ਹੈ ਜੋ ਕਿ ਅਪਾਇੰਟਮੈਂਟ ਦੇ ਲਈ ਦੱਸੀ ਗਈ ਹੈ, she he shall be deemed to satisfy the conditions regarding age limit, ਤਾਂ ਫਿਰ ਉਹਨਾਂ ਨੂੰ ਜੋ 3 ਸਾਲ ਦੀ ਜੋ ਛੋਟ ਹੈ ਇਹਦੇ ਲਈ ਦਿੱਤੀ ਜਾਏਗੀ। ਨੈਕਸਟ ਹੈ ਜੀ ਰਿਲੈਕਸੇਸ਼ਨ ਅਪ ਟੂ 5 years in the prescribed upper age limit has been granted to candidates who are serving regular employees of Punjab government or of other state
ਔਰ ਸੈਂਟਰਲ ਗਵਰਨਮੈਂਟ ਐਜ਼ ਸੱਚ ਮੈਕਸਿਮਮ ਏਜ ਫॉर ਸੱਚ ਕੈਂਡੀਡੇਟ ਸ਼ੈਲ ਬੀ 33 ਇਅਰਸ ਐਜ਼ ਔਨ ਜਨਵਰੀ 1 2023। ਤਾਂ ਜੋ ਇਹ ਛੋਟਾ ਹੈ ਉਹ ਰੈਗੂਲਰ EMPLOYEES ਦੇ ਲਈ ਹੈ, ਰੈਗੂਲਰ ਕਰਮਚਾਰੀਆਂ ਦੇ ਵਿੱਚ ਹੈ, ਚਾਹੇ ਉਹ ਸਟੇਟ ਦੇ ਕਰਮਚਾਰੀ ਹਨ, ਸਟੇਟ ਗਵਰਨਮੈਂਟ ਦੇ ਕਰਮਚਾਰੀ ਹਨ, ਚਾਹੇ ਉਹ ਸੈਂਟਰਲ ਗਵਰਨਮੈਂਟ ਦੇ ਕਰਮਚਾਰੀ ਹਨ, ਚਾਹੇ ਉਹ ਕਿਸੇ ਹੋਰ ਰਾਜ ਦੇ ਵਿੱਚ ਨੌਕਰੀ ਕਰ ਰਹੇ ਹਨ, ਤਾਂ ਉਹਨਾਂ ਨੂੰ ਜੋ ਛੋਟ ਹੈ ਉਹ ਦਿੱਤੀ ਗਈ ਹੈ ਏਜ ਦੇ ਵਿੱਚ, ਭਾਵ ਕਿ ਉਹ 33 ਸਾਲ ਦੀ ਉਮਰ ਤੱਕ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਨ। ਉਹ ਕੈਂਡੀਡੇਟ ਜਿਨ੍ਹਾਂ ਦੀ 1 ਜਨਵਰੀ 2023 ਨੂੰ ਉਮਰ 33 ਸਾਲ ਤੱਕ ਹੈ ਔਰ ਉਹ ਪੰਜਾਬ ਸਰਕਾਰ ਜਾਂ ਕਿਸੇ ਹੋਰ ਰਾਜ ਜਾਂ ਫਿਰ ਸੈਂਟਰਲ ਗਵਰਨਮੈਂਟ ਦੇ ਅਪਲਾਈ ਸੀ, ਤਾਂ ਉਹਨਾਂ ਨੂੰ ਇਹ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ। ਤਾਂ ਇਹਨਾਂ ਪੋਸਟਾਂ ਦੇ ਲਈ ਜੋ ਵਿਦਿਅਕ ਯੋਗਤਾ ਕਿੰਨੀ ਹੈ, ਤਾਂ ਚਾਹੇ ਤਾਂ ਉਹ ਹੋਵੇ ਸਬ ਇੰਸਪੈਕਟਰ ਡਿਸਟ੍ਰਿਕਟ ਪੁਲਿਸ ਕੈਡਰ, ਔਰ ਚਾਹੇ ਅਸੀਂ ਗੱਲ ਕਰੀਏ ਸਬ ਇੰਸਪੈਕਟਰ ਆਰਮ ਪੁਲਿਸ ਦੀ, ਤਾਂ ਦੋਨਾਂ ਦੇ ਲਈ ਜੋ ਵਿਦਿਅਕ ਯੋਗਤਾ ਹੈ ਉਹ ਹੈ ਜੀ ਕੈਂਡੀਡੇਟ ਸ਼ੁੱਡ ਬੀ ਏ ਗ੍ਰੈਜੂਏਟ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਇਟਸ ਇਕੁਇਵਲੈਂਟ। ਤਾਂ ਜੋ ਗ੍ਰੈਜੂਏਸ਼ਨ ਦੀ ਪੜ੍ਹਾਈ ਹੈ, BA ਦੀ ਪੜ੍ਹਾਈ ਹੈ ਜਾਂ BSc ਦੀ ਪੜ੍ਹਾਈ ਹੈ ਜਾਂ BCom ਦੀ ਪੜ੍ਹਾਈ ਹੈ, ਉਹ ਲਾਜ਼ਮੀ ਦੱਸੀ ਗਈ ਹੈ। ਇੱਕ ਦੇ ਵਿੱਚ ਸਪੈਸ਼ਲ ਸਾਨੂੰ ਨੋਟ ਦਿੱਤਾ ਗਿਆ ਹੈ, ਕੈਂਡੀਡੇਟਸ ਮਸਟ ਹੈਵ ਅਟੇਨਡ ਦਾ ਅਬਵ ਮੈਂਸ਼ਨਡ ਐਜੂਕੇਸ਼ਨ ਕੁਆਲੀਫਿਕੇਸ਼ਨ ਔਨ ਔਰ ਬਿਫੋਰ ਜਨਵਰੀ 1 2023। ਕਿ ਜੋ ਇਹ ਮਿਨੀਮਮ ਜੋ ਯੋਗਤਾ ਹੈ, ਐਲੀਜੀਬਿਲਟੀ ਹੈ, ਇਹ ਜੋ ਵੀ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹਨਾਂ ਦੀ ਜੋ ਇਹ ਵਿਦਿਅਕ ਯੋਗਤਾ ਹੈ ਉਹ 1 ਜਨਵਰੀ 2023 ਨੂੰ ਪੂਰੀ ਹੋਈ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਇਹ ਅਟੇਨ ਕਰ ਲਈ ਹੋਵੇ, ਆਪਣੀ ਜੋ ਵਿਦਿਅਕ ਯੋਗਤਾ ਉਹ ਪੂਰੀ ਕਰ ਲਈ ਹੋਵੇ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਮੈਂਡੇਟਰੀ ਕੁਆਲੀਫਿਕੇਸ਼ਨ ਦੀ। ਉਹ ਯੋਗਤਾ ਜੋ ਕਿ ਲਾਜ਼ਮੀ ਤੌਰ ਤੇ ਕੈਂਡੀਡੇਟਸ ਦੀ ਹੋਣੀ ਚਾਹੀਦੀ ਹੈ। ਅਪਾਰਟ ਫਰੋਮ ਦਾ ਅਬਵ ਮੈਂਸ਼ਨਡ ਕੁਆਲੀਫਿਕੇਸ਼ਨ, ਉੱਪਰਲੀ ਜੋ ਯੋਗਤਾ ਤੋਂ ਬਿਨਾ, ਭਾਵ ਕਿ ਗ੍ਰੈਜੂਏਸ਼ਨ ਤੋਂ ਬਿਨਾ, all candidates must have passed matriculation examination with Punjabi as one of the compulsory or elective subjects or any other equivalent examination in Punjabi language specified by the Punjab government। ਕਿ ਗ੍ਰੈਜੂਏਸ਼ਨ ਤੋਂ ਬਿਨਾ ਜੋ ਵੀ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਤਾਂ ਗ੍ਰੈਜੂਏਸ਼ਨ ਦੇ ਨਾਲ ਨਾਲ ਉਹਨਾਂ ਨੇ 10ਵੀਂ ਦੇ ਪੱਧਰ ਦੀ ਪੰਜਾਬੀ ਜਿਹੜੀ ਲਾਜ਼ਮੀ ਤੌਰ ਤੇ ਪੜ੍ਹੀ ਹੋਵੇ, ਲਾਜ਼ਮੀ ਵਿਸ਼ੇ ਤੌਰ ਤੇ ਪੜ੍ਹੀ ਹੋਵੇ, ਜਾਂ 94 ਵਿਸ਼ੇ ਤੌਰ ਤੇ ਪੜ੍ਹੀ ਹੋਵੇ, ਜਾਂ ਪੰਜਾਬ ਸਰਕਾਰ ਵੱਲੋਂ ਇਸ ਦੇ ਬਰਾਬਰ ਦੀ ਕੋਈ ਹੋਰ ਪ੍ਰੀਖਿਆ ਜਿਹੜੀ ਕਿ ਪੰਜਾਬੀ ਵਿਸ਼ੇ ਦੇ ਬਰਾਬਰ ਦੀ ਹੋਵੇ, ਉਹ ਲਾਜ਼ਮੀ ਤੌਰ ਤੇ ਪਾਸ ਕੀਤੀ ਹੋਣੀ ਜ਼ਰੂਰੀ ਹੈ। ਤਾਂ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਫਿਜ਼ੀਕਲ ਸਟੈਂਡਰਡ ਦੀ, ਕਿ ਇਹਨਾਂ ਪੋਸਟਾਂ ਦੇ ਲਈ ਜੋ ਕੈਂਡੀਡੇਟਸ ਅਪਲਾਈ ਕਰਨਾ ਚਾਹੁੰਦੇ ਹਨ, ਉਹਨਾਂ ਦੀ ਜੋ ਫਿਜ਼ੀਕਲ ਸਟੈਂਡਰਡ ਆ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ। ਤਾਂ ਦੇਖੋ ਸੀ, candidates applying for vacancies in different cadres should be of the below mentioned minimum prescribed height for being eligible for the post। ਕਿ ਜੋ ਕੈਂਡੀਡੇਟਸ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਦੇ ਲਈ ਜੋ ਹਾਈਟ ਹੈ ਉਹ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ। ਅਗਰ ਅਸੀਂ ਮੇਲ ਕੈਂਡੀਡੇਟ ਦੀ ਗੱਲ ਕਰਦੇ ਹਾਂ, ਚਾਹੇ ਉਹ ਡਿਸਟ੍ਰਿਕਟ ਪੁਲਿਸ ਦੇ ਵਿੱਚ ਜਾਣਾ ਚਾਹੁੰਦੇ ਹਨ, ਚਾਹੇ ਆਰਮ ਪੁਲਿਸ ਦੇ ਵਿੱਚ ਜਾਣਾ ਚਾਹੁੰਦੇ ਹਨ, ਤਾਂ ਦੋਨਾਂ ਦੇ ਲਈ ਜੋ ਹਾਈਟ ਆ ਉਹ 5 ਫੁੱਟ 7 ਇੰਚ ਮੇਲ ਕੈਂਡੀਡੇਟਸ ਦੇ ਲਈ ਹੈ, ਔਰ 5 ਫੁੱਟ 2 ਇੰਚ ਜੋ ਹੈ ਫੀਮੇਲ ਕੈਂਡੀਡੇਟਸ ਦੀ ਲਾਜ਼ਮੀ ਕੀਤੀ ਗਈ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜੀ ਸਿਲੈਕਸ਼ਨ ਪ੍ਰੋਸੈਸ ਦੀ, ਕਿ ਜੋ ਕੈਂਡੀਡੇਟਸ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਦੇ ਹਨ, ਤਾਂ ਉਹਨਾਂ ਦੀ ਜੋ ਸਿਲੈਕਸ਼ਨ ਆ ਉਹ ਕਿਸ ਤਰ੍ਹਾਂ ਹੋਏਗੀ, ਕਿਹੜੀਆਂ-ਕਿਹੜੀਆਂ ਸਟੇਜਿਸ ਦੇ ਵਿੱਚ ਉਹਨਾਂ ਨੂੰ ਲੰਘਣਾ ਪਏਗਾ, ਤਾਂ ਇਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਦਾ ਸਿਲੈਕਸ਼ਨ ਪ੍ਰੋਸੈਸ ਸ਼ੈਲ ਬੀ ਅ 3 ਸਟੇਜ ਪ੍ਰੋਸੈਸ ਕੰਸਿਸਟਿੰਗ ਆਫ ਦਾ ਫੋਲੋਇੰਗ ਸਟੇਜਿਸ। ਭਾਵ ਕਿ ਜੋ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰਦੇ ਹਨ, ਉਹਨਾਂ ਨੂੰ 3 ਸਟੇਜਿਸ ਦੇ ਵਿੱਚੋਂ ਲੰਘਣਾ ਪਏਗਾ। ਸਟੇਜ 1 ਦੀ ਗੱਲ ਕਰਦੇ ਹਾਂ। ਸਟੇਜ 1 ਦੇ ਵਿੱਚ ਕੀ ਹੈ ਜੀ, ਦੇਖੋ ਸਟੇਜ 1 ਵਿਲ ਕੰਸਿਸਟ ਆਫ 3 ਕੰਪਿਊਟਰ ਬੇਸਡ ਮਲਟੀਪਲ ਚੁਆਇਸ ਕੁਐਸਚਨਸ ਟਾਈਪ ਪੇਪਰਸ, paper 1, paper 2 and paper 3 of which paper 3 shall be qualifying in nature। ਤਾਂ ਜੋ ਸਟੇਜ 1 ਦੇ ਵਿੱਚ 3 ਪੇਪਰ ਹੋਣੇ ਹਨ, ਮਲਟੀਪਲ ਚੁਆਇਸ ਕੁਐਸਚਨਸ ਹੋਣਗੇ, ਔਰ ਪੇਪਰ ਜਿਹੜਾ ਤੀਜਾ ਹੋਏਗਾ ਸ਼ੈਲ ਬੀ ਕੁਆਲੀਫਾਈਂਗ ਇਨ ਨੇਚਰ, ਉਸ ਨੂੰ ਸਿਰਫ ਪਾਸ ਹੀ ਕਰਨਾ ਹੋਏਗਾ। ਸਟੇਜ 2 ਦੀ ਗੱਲ ਕਰਦੇ ਹਾਂ ਜੀ। ਸਟੇਜ 2 ਵਿਲ ਕੰਸਿਸਟ ਆਫ ਫਿਜ਼ੀਕਲ ਮੈਜ਼ਰਮੈਂਟ ਟੈਸਟ। ਹੁਣ ਸਟੇਜ 2 ਦੇ ਵਿੱਚ ਉਹ ਕੈਂਡੀਡੇਟ ਜਿਨ੍ਹਾਂ ਨੇ ਸਟੇਜ 1 ਪਾਰ ਕਰ ਲੈਣੀ ਹੈ, ਉਹਨਾਂ ਦਾ ਫਿਰ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਣਾ ਹੈ ਐਂਡ ਫਿਜ਼ੀਕਲ ਸਕਰੀਨਿੰਗ ਟੈਸਟ ਹੋਣਾ ਹੈ। ਬੋਥ ਫਿਜ਼ੀਕਲ ਮੈਜ਼ਰਮੈਂਟ ਟੈਸਟ ਐਂਡ ਫਿਜ਼ੀਕਲ ਸਕਰੀਨਿੰਗ ਟੈਸਟ ਸ਼ੈਲ ਬੀ ਕੁਆਲੀਫਾਈਂਗ ਇਨ ਨੇਚਰ। ਤਾਂ ਇਹਨਾਂ ਨੂੰ ਵੀ ਸਿਰਫ ਤੇ ਸਿਰਫ ਤੁਸੀਂ ਕੀ ਕਰਨਾ ਹੋਏਗਾ, ਕੁਆਲੀਫਾਈ ਜਿਹੜਾ ਲਾਜ਼ਮੀ ਤੌਰ ਤੇ ਕਰਨਾ ਹੋਏਗਾ। ਨੈਕਸਟ ਗੱਲ ਹੈ ਸਟੇਜ 3 ਦੀ। ਸਟੇਜ 3 ਵਿਲ ਕੰਸਿਸਟ ਆਫ ਡਾਕੂਮੈਂਟ ਸਿਕਿਉਰਿਟੀ। ਤਾਂ ਜੋ ਵੀ ਤੁਹਾਡੇ ਡਾਕੂਮੈਂਟਸ ਹਨ ਜਿਨ੍ਹਾਂ ਦੇ ਬੇਸ ਦੇ ਉੱਤੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕੀਤਾ ਹੈ,
ਚਾਹੇ ਤੁਸੀਂ ਕਿਸੇ ਕੈਟੇਗਰੀ ਦਾ ਬੈਨੀਫਿਟ ਲਿਆ ਹੈ ਤਾਂ ਉਹਨਾਂ ਸਾਰੇ ਜੋ ਡਾਕੂਮੈਂਟਸ ਆ ਉਹਨਾਂ ਦੀ ਸਿਕਿਉਰਿਟੀ ਹੋਣੀ ਹੈ, ਭਾਵ ਕਿ ਉਹਨਾਂ ਦੀ ਜਿਹੜੀ ਪੜਤਾਲ ਆ ਉਹ ਕੀਤੀ ਜਾਣੀ ਹੈ। ਤਾਂ ਹੁਣ ਜੋ ਇਹ ਤਿੰਨੇ ਸਟੇਜਿਸ ਹਨ ਇਹਨਾਂ ਨੂੰ ਅਸੀਂ ਵਿਸਤਾਰ ਦੇ ਵਿੱਚ ਡਿਸਕਸ ਕਰਾਂਗੇ। ਅਗਰ ਅਸੀਂ ਗੱਲ ਕਰਦੇ ਹਾਂ ਸਟੇਜ 1 ਦੀ, ਜਿਹੜਾ ਕਿ ਕੰਪਿਊਟਰ ਬੇਸਡ ਟੈਸਟ ਸੀਗਾ, ਤਾਂ ਜਿਸ ਤਰ੍ਹਾਂ ਅਸੀਂ ਕਿਹਾ ਸੀ ਕਿ ਇਹਦੇ ਵਿੱਚ 3 ਟੈਸਟ ਹੋਣੇ ਹੈ, ਤਾਂ ਉਹਨਾਂ ਤਿੰਨਾਂ ਟੈਸਟਾਂ ਦੀ ਅਸੀਂ ਗੱਲ ਕਰਾਂਗੇ। ਜਿਵੇਂ ਕਿ ਆਪਾਂ ਪੇਪਰ 1 ਦੀ ਗੱਲ ਕਰਦੇ ਹਾਂ, ਪੇਪਰ 1 ਸ਼ੈਲ ਕੰਪਰਾਈਜ਼ ਆਫ 100 ਕੁਐਸਚਨਸ ਕੈਰਿੰਗ 4 ਮਾਰਕਸ ਈਚ, ਕਿ ਜੋ ਪੇਪਰ 1 ਹੋਏਗਾ ਉਸ ਦੇ ਵਿੱਚ ਕੁੱਲ 100 ਕੁਐਸਚਨਸ ਹੋਣਗੇ ਔਰ ਹਰੇਕ ਕੁਐਸਚਨ ਦੇ ਜਿਹੜੇ 4 ਅੰਕ ਹੋਣਗੇ। ਨੈਕਸਟ ਹੈ ਜੀ ਪੇਪਰ 2, ਪੇਪਰ 2 ਸ਼ੈਲ ਕੰਪਰਾਈਜ਼ ਆਫ 100 ਕੁਐਸਚਨ ਕੈਰਿੰਗ 4 ਮਾਰਕਸ ਈਚ, ਬਿਲਕੁਲ ਪੇਪਰ 1 ਦੀ ਤਰ੍ਹਾਂ ਪੇਪਰ 2 ਦੇ ਵਿੱਚ ਵੀ 100 ਕੁਐਸਚਨ ਹੋਣਗੇ ਔਰ ਹਰੇਕ ਜਿਹੜੇ ਕੁਐਸਚਨ ਦੇ 4-4 ਅੰਕ ਹੋਣਗੇ। ਪੇਪਰ 3 ਦੀ ਗੱਲ ਕਰਦੇ ਹਾਂ ਜੀ, ਪੇਪਰ 3 shall be mandatory qualifying test for Punjabi language of matriculation standard comprising of 50 questions carrying 1 mark each with 50% marks as the qualifying criteria। ਤਾਂ ਪੇਪਰ 3 ਜੋ ਹੋਏਗਾ ਇਹ ਪੰਜਾਬੀ ਵਿਸ਼ੇ ਦਾ ਹੋਏਗਾ, ਜਿਹਦੇ ਚ ਮੈਟ੍ਰਿਕ ਪੱਧਰ ਦੀ ਪੰਜਾਬੀ ਦੇ ਜਿਹੜੇ ਪ੍ਰਸ਼ਨ ਆ ਤੁਹਾਡੇ ਤੋਂ ਪੁੱਛੇ ਜਾਣਗੇ। ਟੋਟਲ ਕੁਐਸਚਨ ਹੋਣਗੇ ਜੀ 50 ਔਰ ਹਰੇਕ ਕੁਐਸਚਨ ਦਾ ਅੰਕ ਹੋਏਗਾ 1 ਔਰ ਇਹ ਸਿਰਫ ਕੁਆਲੀਫਾਈਂਗ ਟੈਸਟ ਹੋਏਗਾ, ਭਾਵ ਕਿ ਤੁਸੀਂ ਇਹਦੇ ਵਿੱਚੋਂ 50% ਜੋ ਮਾਰਕਸ ਆ ਉਹ ਲੈਣੇ ਹਨ, ਇਸ ਦੀ ਕੋਈ ਮੈਰਿਟ ਨਹੀਂ ਬਣੇਗੀ। The marks obtained in this paper shall not be counted for determining merit। ਜੋ ਤੁਸੀਂ ਇਸ ਪੇਪਰ ਦੇ ਵਿੱਚ ਜਿਹੜੇ ਅੰਕ ਤੁਸੀਂ ਲਓਗੇ ਉਹਨਾਂ ਨੂੰ ਤੁਹਾਡੀ ਜੋ ਮੈਰਿਟ ਬਣਾਉਣ ਦੇ ਲਈ ਕਾਊਂਟ ਨਹੀਂ ਕੀਤਾ ਜਾਏਗਾ। ਤਾਂ ਅਗਰ ਆਪਾਂ ਗੱਲ ਕਰਦੇ ਹਾਂ ਜੀ ਕਿ ਕਿੰਨਾ ਸਮਾਂ ਤੁਹਾਨੂੰ ਮਿਲੇਗਾ ਇਹਨਾਂ ਪੇਪਰਾਂ ਨੂੰ ਕਰਨ ਦੇ ਲਈ, ਤਾਂ ਔਰ ਕੀ ਇਸ ਦਾ ਸਿਲੇਬਸ ਹੋਏਗਾ ਉਹ ਵੀ ਆਪਾਂ ਦੇਖ ਲੈਂਦੇ ਹਾਂ। ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਪੇਪਰ 1 ਦੀ। ਪੇਪਰ 1 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੋਟਲ ਡਿਊਰੇਸ਼ਨ ਸਾਨੂੰ ਦੱਸੀ ਗਈ ਹੈ ਜੀ 2 ਘੰਟਿਆਂ ਦੀ। ਟੋਟਲ ਨੰਬਰ ਆਫ ਕੁਐਸਚਨਸ ਆਣਗੇ 100 ਔਰ ਮੈਕਸਿਮਮ ਮਾਰਕਸ ਹੋਣਗੇ 400, ਕਿਉਂਕਿ ਹਰੇਕ ਕੁਐਸਚਨ ਦੇ ਕਿੰਨੇ ਅੰਕ ਹੋਣੇ ਆ ਜੀ 4 ਅੰਕ ਹੋਣੇ ਆ। ਤਾਂ ਅਗਰ ਸਿਲੇਬਸ ਦੀ ਗੱਲ ਕਰੀਏ ਤਾਂ ਸਿਲੇਬਸ ਦੇ ਵਿੱਚ ਇਹਦਾ ਜੋ ਸੈਕਸ਼ਨ 1 ਹੋਏਗਾ ਉਹ ਹੋਏਗਾ ਜੀ ਜਨਰਲ ਅਵੇਅਰਨੈਸ ਦਾ। ਤਾਂ ਜਨਰਲ ਅਵੇਅਰਨੈਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਕੀ ਕੁਛ ਇਹਦੇ ਵਿੱਚ ਆਣਾ ਹੈ। ਇੰਡੀਅਨ ਕਨਸਟੀਟਿਊਸ਼ਨ ਐਂਡ ਇਟਸ ਫੀਚਰਸ, ਭਾਰਤੀ ਸੰਵਿਧਾਨ ਤੇ ਉਸ ਦੀਆਂ ਵਿਸ਼ੇਸ਼ਤਾਵਾਂ। ਸੈਂਟਰਲ ਐਂਡ ਸਟੇਟ ਲੈਜਿਸਲੇਟਰ, ਸੈਂਟਰ ਔਰ ਸਟੇਟ ਦਾ ਜੋ ਸੰਵਿਧਾਨ ਹੈ, ਸੰਵਿਧਾਨਿਕ ਪ੍ਰਣਾਲੀ ਹੈ ਉਹ ਸਾਰਾ ਕੁਛ ਆਣਾ ਹੈ। ਐਗਜ਼ੈਕਟਿਵ ਐਂਡ ਲੋਕਲ ਗਵਰਨਮੈਂਟ ਦੇ ਬਾਰੇ ਤੁਹਾਡੇ ਤੋਂ ਸਵਾਲ ਪੁੱਛੇ ਜਾ ਸਕਦੇ ਹਨ। ਜੁਡੀਸ਼ੀਅਲ ਇੰਸਟੀਟਿਊਸ਼ਨ, ਜੋ ਸਾਡੀਆਂ ਨਿਆਇਕ ਸੰਸਥਾਵਾਂ ਹਨ ਉਹਨਾਂ ਬਾਰੇ ਪੁੱਛਿਆ ਜਾ ਸਕਦਾ ਹੈ। ਹਿਸਟਰੀ ਐਂਡ ਕਲਚਰ ਆਫ ਇੰਡੀਆ ਐਂਡ ਪੰਜਾਬ, ਭਾਰਤ ਦਾ ਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ, ਜੋ ਸੱਭਿਆਚਾਰ ਉਸ ਬਾਰੇ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਸਾਇੰਸ ਐਂਡ ਟੈਕਨੋਲੋਜੀ ਦੇ ਉੱਤੇ ਸਵਾਲ ਆ ਸਕਦੇ ਆ। ਇੰਡੀਅਨ ਇਕੋਨਮੀ, ਭਾਰਤੀ ਅਰਥ ਸ਼ਾਸਤਰ ਬਾਰੇ, ਜਿਓਗ੍ਰਾਫੀ ਬਾਰੇ, ਇਨਵਾਇਰਨਮੈਂਟ ਬਾਰੇ, ਕਰੰਟ ਅਫੇਅਰਸ ਨੈਸ਼ਨਲ ਐਂਡ ਇੰਟਰਨੈਸ਼ਨਲ, ਜੋ ਸਾਡੇ ਕਰੰਟ ਅਫੇਅਰਸ ਹਨ, ਜੋ ਮੌਜੂਦਾ ਜੋ ਸਾਡੇ ਹੁੰਦੀਆਂ ਹਨ, ਜੋ ਘਟਨਾਵਾਂ ਹੁੰਦੀਆਂ ਹਨ, ਚਾਹੇ ਉਹ ਨੈਸ਼ਨਲ ਲੈਵਲ ਦੀਆਂ ਹਨ ਚਾਹੇ ਇੰਟਰਨੈਸ਼ਨਲ ਲੈਵਲ ਦੀਆਂ, ਉਹ ਇਹਦੇ ਵਿੱਚ ਕਵਰ ਅਪ ਕੀਤੇ ਜਾਣਗੀਆਂ। ਇਨਕਲੂਡਿੰਗ ਕਰੰਟ ਲੀਗਲ ਡਿਵੈਲਪਮੈਂਟ, ਜੋ ਵੀ ਸਾਡੇ ਕਾਨੂੰਨੀ ਜੋ ਵਾਧਾ ਹੁੰਦਾ ਹੈ, ਚਾਹੇ ਸੰਵਿਧਾਨ ਦੇ ਵਿੱਚ ਹੈ ਚਾਹੇ ਕੁਛ ਐਡੀਸ਼ਨ ਹੁੰਦੀ ਹੈ, ਉਸਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਅਵੇਅਰਨੈਸ ਆਫ ਇਸ਼ੂਜ਼ ਕੰਸਰਨਿੰਗ ਡਾਈਵਰਸਿਟੀ, ਐਥਿਕਸ ਐਂਡ ਵਲਨਰੇਬਲ ਸੈਕਸ਼ਨਸ ਆਫ ਦ ਸੋਸਾਇਟੀ, ਤਾਂ ਸਮਾਜ ਦੇ ਨਾਲ ਸੰਬੰਧਿਤ ਜੋ ਵੀ ਸਾਡੇ ਵਿੱਚ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ, ਜੋ ਜਾਂ ਸਾਡੇ ਜੋ ਐਥਿਕਸ ਹਨ, ਉਸ ਦੇ ਬਾਰੇ ਤੁਹਾਡੇ ਤੋਂ ਸਵਾਲ ਪੁੱਛੇ ਜਾ ਸਕਦੇ ਹੈ। ਔਰ ਜੋ ਟੋਟਲ ਪ੍ਰਸ਼ਨ ਇਹਦੇ ਹੋਣੇ ਹਨ ਉਹ ਹੋਣੇ ਆ ਜੀ 50 ਕੁਐਸਚਨ ਜੋ ਹੋਣੇ ਹੈ। ਨੈਕਸਟ ਇਸੇ ਪੇਪਰ ਦੇ ਵਿੱਚ ਜੋ ਸੈਕੰਡ ਪਾਰਟ ਆਣਾ ਹੈ ਜੀ ਕੁਆਂਟੀਟੇਟਿਵ ਐਪਟੀਟਿਊਡ ਔਰ ਨੂਮੈਰੀਕਲ ਸਕਿੱਲਸ ਦਾ, ਜਿਸ ਨੂੰ ਅਸੀਂ ਮੈਂਟਲ ਐਬਿਲਿਟੀ ਵੀ ਕਹਿ ਦਿੰਦੇ ਹਾਂ। ਤਾਂ ਇਸ ਦੇ ਵਿੱਚ ਕੀ ਕੁਝ ਸ਼ਾਮਲ ਕੀਤਾ ਜਾਣਾ ਹੈ। ਨੰਬਰਸ ਐਂਡ ਦੇਅਰ ਰਿਲੇਸ਼ਨਸ, simplification, decimals and fractions, ratios and proportions, percentage, average, profit and loss, simple and compound interest, time and work, mensuration, speed, time and distance, equations। ਤਾਂ ਇਹ ਸਾਰੇ ਜੋ ਟੌਪਿਕਸ ਹੈ ਇਹਦੇ ਵਿੱਚ ਕਵਰ ਅਪ ਕੀਤੇ ਜਾਣੇ ਹਨ ਔਰ ਟੋਟਲ ਜੋ ਕੁਐਸਚਨ ਆਣੇ ਹਨ ਉਹ ਹਨ ਜੀ 30 ਕੁਐਸਚਨ ਇਹਦੇ ਵਿੱਚ ਆਉਣੇ ਹਨ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਪੰਜਾਬੀ ਐਂਡ ਲੈਂਗੁਏਜ ਸਕਿੱਲਸ ਦੀ, ਜੋ ਇਹਦਾ ਸੈਕਸ਼ਨ 3 ਹੈ। ਪੰਜਾਬੀ ਲੈਂਗੁਏਜ ਸਕਿੱਲ ਇਨਕਲੂਡਿੰਗ ਸੈਂਟੈਂਸ ਕੰਪਲੀਸ਼ਨ ਆਏਗਾ ਇਹਦੇ ਵਿੱਚ, ਵਾਕ ਨੂੰ ਪੂਰਾ ਕਰਨਾ ਐਂਡ ਸਟਰਕਚਰਿੰਗ, ਉਸ ਦੀ ਸਰਚਨਾ ਕਰਨਾ ਸਹੀ, ਐਰਰ ਡਿਟੈਕਸ਼ਨ, ਕੋਈ ਅਗਰ ਉਸ ਦੇ ਵਿੱਚ ਕਮੀ ਹੈ ਗਲਤੀ ਹੈ ਉਸਨੂੰ ਲੱਭਣਾ, ਵੋਕੈਬਲਰੀ ਆ ਸਕਦੀ ਹੈ, ਵਨ ਵਰਡ ਸਬਸਟੀਟਿਊਸ਼ਨ ਆਉਂਦੇ ਬਹੁਤੇ ਸ਼ਬਦਾਂ ਥਾਂ ਇੱਕ ਸ਼ਬਦ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਰੀਡਿੰਗ ਕੰਪਰੀਹੈਂਸ਼ਨ ਪੈਸੇਜ, ਪੈਰੇ ਨੂੰ ਪੜ੍ਹ ਕੇ ਉਸਦੇ ਸਵਾਲਾਂ ਦੇ ਜਵਾਬ ਲੱਭਣੇ ਆ ਸਕਦੇ ਹਨ, ਟਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ ਆ ਸਕਦੀ ਹੈ, ਪ੍ਰੈਸੀ ਸਕੇਲ ਛੋਟਾ ਕਰਕੇ ਲਿਖਣਾ ਕਿਸੇ ਪੈਰੇ ਨੂੰ,
ਫਿਲ ਇਨ ਦਾ ਬਲੈਂਕਸ ਖਾਲੀ ਥਾਵਾਂ ਭਰਨਾ, ਤਾਂ ਇਹਦੇ ਉੱਤੇ ਵੀ ਤੁਹਾਨੂੰ ਜੋ 20 ਕੁਐਸਚਨ ਇਹਦੇ ਉੱਤੇ ਆਉਣਗੇ। ਤਾਂ ਇਸ ਤਰ੍ਹਾਂ ਜੋ ਟੋਟਲ ਜੋ ਪੇਪਰ 1 ਹੋਏਗਾ ਉਹ ਤੁਹਾਨੂੰ 100 ਮਾਰਕਸ ਦਾ ਆਏਗਾ। ਹੁਣ ਅਸੀਂ ਜੋ ਨੈਕਸਟ ਗੱਲ ਕਰਦੇ ਹਾਂ ਜੀ, ਉਹ ਗੱਲ ਕਰਦੇ ਹਾਂ ਪੇਪਰ 2 ਦੀ। ਕਿੰਨਾ ਹੈ, ਕੀ ਕੁਛ ਇਹਦਾ ਵਿੱਚ ਆਏਗਾ, ਕੀ ਸਿਲੇਬਸ ਹੋਏਗਾ, ਕਿੰਨਾ ਇਹਦੀ ਟਾਈਮ ਡਿਊਰੇਸ਼ਨ ਹੈ। ਤਾਂ ਟੋਟਲ ਜੋ ਡਿਊਰੇਸ਼ਨ ਆ ਉਹ ਹੈਗਾ ਜੀ 2 ਆਵਰਸ, 2 ਘੰਟੇ ਦਾ ਪੇਪਰ ਹੋਏਗਾ। ਟੋਟਲ ਨੰਬਰ ਆਫ ਕੁਐਸਚਨਸ ਹੋਣਗੇ 100 ਔਰ ਮੈਕਸਿਮਮ ਜੋ 400 ਮਾਰਕਸ ਦਾ ਇਹ ਹੋਏਗਾ, ਕਿਉਂਕਿ ਹਰੇਕ ਕੁਐਸਚਨ ਦੇ ਜੋ ਅੰਕ ਆ ਉਹ 4 ਅੰਕ ਰੱਖੇ ਗਏ ਹਨ। ਤਾਂ ਕੀ ਕੁਛ ਇਹਦੇ ਵਿੱਚ ਹੋਏਗਾ, ਜੋ ਸੈਕਸ਼ਨ 1 ਇਹਦੇ ਵਿੱਚ ਹੈ, ਜੋ ਕਿ ਟੋਟਲ 50 ਕੁਐਸਚਨਸ ਆਣੇ ਹਨ, ਉਹ ਹੈ ਲੌਜੀਕਲ ਐਨਾਲਾਈਟਿਕ ਰੀਜ਼ਨਿੰਗ ਐਂਡ ਡਾਟਾ ਇੰਟਰਪ੍ਰੀਟੇਸ਼ਨ ਦੇ ਉੱਤੇ ਆਣਾ ਹੈ। ਤਾਂ ਇਹ ਵੀ ਇੱਕ ਮੈਂਟਲ ਐਬਿਲਿਟੀ ਦਾ ਹੀ ਪਾਰਟ ਹੈ। ਤਾਂ ਕਿਹੜੇ ਜੋ ਅੱਗੇ ਟੌਪਿਕਸ ਹੈ ਇਹਦੇ ਵਿੱਚ ਕਵਰ ਕੀਤੇ ਜਾਣਗੇ, ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਸਟੇਟਮੈਂਟ ਐਂਡ ਕਨਕਲੂਜਨ ਇਹਦੇ ਵਿੱਚ ਆ ਸਕਦੇ ਹੈ, ਨੰਬਰ ਐਂਡ ਲੈਟਰ ਸੀਰੀਜ਼ ਆ ਸਕਦੀ ਹੈ, ਸਿਕੁਐਂਸਿੰਗ ਮਿਸਿੰਗ ਨੰਬਰ ਆ ਸਕਦਾ ਹੈ, ਪੈਟਰਨ ਕੰਪਲੀਸ਼ਨ ਆ ਸਕਦਾ ਹੈ, ਆਰਡਰ ਐਂਡ ਰੈਂਕਿੰਗ ਆ ਸਕਦਾ ਹੈ, ਡਾਇਰੈਕਸ਼ਨ ਐਂਡ ਡਿਸਟੈਂਸ ਦੇ ਉੱਤੇ ਤੁਹਾਡੇ ਤੋਂ ਸਵਾਲ ਪੁੱਛੇ ਜਾ ਸਕਦੇ ਹਨ, ਡਾਟਾ ਸਫੀਸ਼ੀਐਂਸੀ ਦੇ ਉੱਤੇ ਸਵਾਲ ਆ ਸਕਦੇ ਹਨ, ਪਜ਼ਲਸ ਆ ਸਕਦੀਆਂ ਹਨ, ਕਲਾਸੀਫਿਕੇਸ਼ਨ ਐਂਡ ਐਨਾਲੋਜੀ ਆ ਸਕਦੀ ਹੈ, ਕੈਲੰਡਰਸ ਦੇ ਉੱਤੇ ਸਵਾਲ ਆ ਸਕਦੇ ਹਨ, ਰਿਲੇਸ਼ਨਸ਼ਿਪ ਪ੍ਰੋਬਲਮਸ ਦੇ ਉੱਤੇ ਆ ਸਕਦੇ ਹਨ, ਕੋਡਿੰਗ ਐਂਡ ਡੀਕੋਡਿੰਗ ਦੇ ਉੱਤੇ ਸਵਾਲ ਪੁੱਛੇ ਜਾ ਸਕਦੇ ਹਨ, ਵਰਬਲ ਰੀਜ਼ਨਿੰਗ ਤੇ ਸਵਾਲ ਪੁੱਛੇ ਜਾ ਸਕਦੇ ਹਨ, ਨੌਨ ਵਰਬਲ ਰੀਜ਼ਨਿੰਗ ਆ ਸਕਦੀ ਹੈ, ਲੀਗਲ ਰੀਜ਼ਨਿੰਗ ਆ ਸਕਦੀ ਹੈ, ਡਾਟਾ ਇੰਟਰਪ੍ਰੀਟੇਸ਼ਨ ਜਿਸ ਦੇ ਵਿੱਚ ਗ੍ਰਾਫਸ, ਚਾਰਟਸ, ਟੇਬਲਸ ਔਰ ਸਪਰੈਡਸ਼ੀਟ ਨੂੰ ਸ਼ਾਮਲ ਕੀਤਾ ਗਿਆ ਹੈ, ਉਸ ਦੇ ਉੱਤੇ ਜੋ ਤੁਹਾਡੇ ਤੋਂ ਸਵਾਲ ਆ ਉਹ ਪੁੱਛੇ ਜਾ ਸਕਦੇ ਹਨ। ਨੈਕਸਟ ਇਸੇ ਦਾ ਹੀ ਜੋ ਪਾਰਟ ਹੈ ਜੀ ਪੇਪਰ 2 ਦਾ, ਜਿਸ ਨੂੰ ਅਸੀਂ ਸੈਕਸ਼ਨ 2 ਦੇ ਵਿੱਚ ਕਵਰ ਕਰ ਰਹੇ ਹਾਂ, ਇਹਦਾ ਨਾਮ ਹੈ ਜੀ ਡਿਜੀਟਲ ਲਿਟਰੇਸੀ ਐਂਡ ਕੰਪਿਊਟਰ ਅਵੇਅਰਨੈਸ। ਡਿਜੀਟਲ ਲਿਟਰੇਸੀ ਔਰ ਕੰਪਿਊਟਰ ਅਵੇਅਰਨੈਸ ਦੇ ਉੱਤੇ ਜੋ ਸੈਕਸ਼ਨ ਬਣਾਇਆ ਗਿਆ ਹੈ, ਟੋਟਲ ਜੋ 30 ਕੁਐਸਚਨ ਇਹਦੇ ਉੱਤੇ ਆਉਣੇ ਹਨ। ਕੀ ਕੁਛ ਇਹਦੇ ਵਿੱਚ ਜੋ ਸਬ ਟੌਪਿਕ ਸ਼ਾਮਲ ਕੀਤੇ ਗਏ ਹਨ, ਫੰਡਾਮੈਂਟਲਸ ਆਫ ਕੰਪਿਊਟਰਸ ਦੇ ਉੱਤੇ, ਕੰਪਿਊਟਰ ਦੇ ਜੋ ਮੇਨ ਫੰਡਾਮੈਂਟਲਸ ਹਨ ਉਸ ਦੇ ਉੱਤੇ ਸਵਾਲ ਪੁੱਛੇ ਜਾ ਸਕਦੇ ਹਨ, ਬੇਸਿਕਸ ਆਫ ਆਪਰੇਟਿੰਗ ਸਿਸਟਮ ਦੇ ਉੱਤੇ ਸਵਾਲ ਪੁੱਛੇ ਜਾਣਗੇ, ਕੰਪਿਊਟਰ ਹਾਰਡਵੇਅਰ ਦੇ ਬਾਰੇ ਤੁਹਾਡੇ ਤੋਂ ਪੁੱਛਿਆ ਜਾਏਗਾ, MS ਆਫਿਸ ਜਿਹਦੇ 'ਚ ਵਰਡ, ਐਕਸਲ ਔਰ ਪਾਵਰ ਪੁਆਇੰਟ ਸ਼ਾਮਲ ਕੀਤਾ ਗਿਆ ਉਸ ਦੇ ਸਵਾਲ ਪੁੱਛੇ ਜਾਣਗੇ, ਇੰਟਰਨੈਟ ਐਂਡ ਵਰਲਡ ਵਾਈਡ ਵੈਬ ਦੇ ਉੱਤੇ ਸਵਾਲ ਪੁੱਛੇ ਜਾਣਗੇ, ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਸਵਾਲ ਪੁੱਛੇ ਜਾਣਗੇ, ਵੈਬ ਸਰਚ ਇੰਜਨਸ ਦੇ ਉੱਤੇ ਸਵਾਲ ਪੁੱਛੇ ਜਾਣਗੇ, VIP ਕਮਿਊਨੀਕੇਸ਼ਨ ਦੇ ਉੱਤੇ ਸਵਾਲ ਪੁੱਛੇ ਜਾਣਗੇ, ਮੋਬਾਈਲ ਫੋਨਸ ਬੇਸਿਕ ਕਨਸੈਪਸ਼ਨ ਨੌਲੇਜ ਦੇ ਉੱਤੇ ਸਵਾਲ ਪੁੱਛੇ ਜਾਣਗੇ, ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਦੇ ਉੱਤੇ ਸਵਾਲ ਪੁੱਛੇ ਜਾਣਗੇ, ਬੇਸਿਕ ਆਫ ਡਾਟਾ ਇਨਕ੍ਰਿਪਸ਼ਨ ਦੇ ਉੱਤੇ ਸਵਾਲ ਪੁੱਛੇ ਜਾਣਗੇ, ਬੇਸਿਕ ਆਫ ਸਾਈਬਰ ਸਿਕਿਉਰਿਟੀ ਦੇ ਉੱਤੇ ਸਵਾਲ ਪੁੱਛੇ ਜਾਣਗੇ। ਤਾਂ ਇਸ ਤਰ੍ਹਾਂ ਸੈਕਸ਼ਨ 2 ਦੇ ਵਿੱਚ ਟੋਟਲ ਤੁਹਾਡੇ ਤੋਂ 30 ਨੰਬਰ ਦੇ ਜਾਂ 30 ਮਾਰਕਸ ਦੇ ਜੋ ਸਵਾਲ ਆ ਉਹ ਪੁੱਛੇ ਜਾਣਗੇ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਸੈਕਸ਼ਨ 3 ਦੀ, ਜੋ ਕਿ ਇੰਗਲਿਸ਼ ਲੈਂਗੁਏਜ ਸਕਿੱਲ ਦੇ ਉੱਤੇ ਹੈ। ਟੋਟਲ ਜੋ 20 ਸਵਾਲ ਇਹਦੇ ਤੇ ਆਣੇ ਆ, ਹਰੇਕ ਸਵਾਲ ਦੇ 4 ਅੰਕਾਂ ਦਾ 80 ਮਾਰਕਸ ਦਾ ਜੋ ਇਹ ਪਾਰਟ ਹੋਣਾ ਹੈ। ਤਾਂ ਇਸ ਦੇ ਵਿੱਚ ਕਿਹੜੇ ਸਬ ਟੌਪਿਕ ਹਨ, ਇੰਗਲਿਸ਼ ਲੈਂਗੁਏਜ ਸਕਿੱਲ ਹੈ, ਇਨਕਲੂਡਿੰਗ ਸੈਂਟੈਂਸ ਕੰਪਲੀਸ਼ਨ ਆਏਗੀ, ਸਟਰਕਚਰਿੰਗ ਆਏਗੀ, ਐਰਰ ਡਿਟੈਕਸ਼ਨ ਆਏਗੀ, ਵੋਕੈਬਲਰੀ ਦੇ ਉੱਤੇ ਸਵਾਲ ਪੁੱਛੇ ਜਾਣਗੇ, ਵਨ ਵਰਡ ਸਬਸਟੀਟਿਊਸ਼ਨ ਆਏਗਾ, ਰੀਡਿੰਗ ਕੰਪਰੀਹੈਂਸ਼ਨ ਪੈਸੇਜ ਦੇ ਉੱਤੇ ਆਏਗਾ, ਟ੍ਰਾਂਸਲੇਸ਼ਨ ਫਰੋਮ ਪੰਜਾਬੀ ਟੂ ਇੰਗਲਿਸ਼ ਆਏਗੀ, ਪ੍ਰੈਸਿਸ ਸਕਿੱਲ ਆਏਗੀ, ਫਿਲ ਇਨ ਦਾ ਬਲੈਂਕਸ ਆਏਗੀ। ਭਾਵ ਕਿ ਜਿਸ ਤਰ੍ਹਾਂ ਅਸੀਂ ਪੇਪਰ 1 ਦੇ ਵਿੱਚ ਜੋ ਪੰਜਾਬੀ ਲੈਂਗੁਏਜ ਦਾ ਜੋ ਪਾਰਟ ਕੀਤਾ ਸੀਗਾ, ਜੋ ਟੌਪਿਕ ਉਹਦੇ ਵਿੱਚ ਸ਼ਾਮਲ ਕੀਤੇ ਗਏ ਸੀ, ਸੇਮ ਟੌਪਿਕਸ ਨੂੰ ਇੰਗਲਿਸ਼ ਲੈਂਗੁਏਜ ਸਕਿੱਲ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਪੇਪਰ 3 ਦੀ। ਪੇਪਰ 3 ਦੇ ਵਿੱਚ ਕੀ ਕੁਝ ਸ਼ਾਮਲ ਕੀਤਾ ਗਿਆ ਹੈ ਉਸ ਦੀ ਅਸੀਂ ਗੱਲ ਕਰਾਂਗੇ, ਕਿੰਨਾ ਸਮਾਂ ਰੱਖਿਆ ਗਿਆ ਹੈ ਉਹਦੀ ਗੱਲ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੇਪਰ 3 ਦੇ ਵਿੱਚ ਜੋ ਟੋਟਲ ਡਿਊਰੇਸ਼ਨ ਹੈ ਜੀ ਉਹ ਹੈ 1 ਆਵਰ। ਟੋਟਲ ਨੰਬਰ ਆਫ ਕੁਐਸਚਨਸ ਇਹਦੇ ਵਿੱਚ ਪੁੱਛੇ ਜਾਣੇ ਹਨ 50। ਤਾਂ ਮੈਕਸਿਮਮ ਮਾਰਕਸ ਵੀ ਜਿਹੜੇ ਹੋਣਗੇ ਉਹ 50 ਹੋਣਗੇ। ਤਾਂ ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਮੈਂਡੇਟਰੀ ਕੁਆਲੀਫਾਈਂਗ ਪੇਪਰ ਆਫ ਪੰਜਾਬੀ ਲੈਂਗੁਏਜ। ਤਾਂ ਇਹ ਸਿਰਫ ਇੱਕ ਕੁਆਲੀਫਾਈਂਗ ਪੇਪਰ ਹੀ ਹੈ, ਪੰਜਾਬੀ ਦੇ ਉੱਤੇ ਹੋਣਾ ਹੈ। equivalent to matriculation standard comprising of 50 questions carrying 1 mark each। ਤਾਂ ਸਿਰਫ ਇੱਕ ਕੁਆਲੀਫਾਈਂਗ ਪੇਪਰ ਹੈ, 50 ਨੰਬਰ ਦਾ ਜੋ ਪੇਪਰ ਆਣਾ ਹੈ, 50 ਹੀ ਇਹਦੇ ਵਿੱਚ ਕੁਐਸਚਨ ਹੋਣੇ ਹਨ, ਹਰੇਕ ਕੁਐਸਚਨ ਦਾ 1 ਅੰਕ ਹੋਏਗਾ। ਦਿਸ ਪੇਪਰ ਸ਼ੈਲ ਵੀ ਕੁਆਲੀਫਾਈਂਗ ਇਨ ਨੇਚਰ। ਤਾਂ ਸਿਰਫ ਕੁਆਲੀਫਾਈਂਗ ਪੇਪਰ ਹੋਏਗਾ ਇਹ ਵਿਦ 50% ਮਾਰਕਸ ਐਜ਼ ਦਾ ਕੁਆਲੀਫਾਈਂਗ ਕ੍ਰਾਈਟੇਰੀਆ। ਤਾਂ ਸਿਰਫ ਇਹਦੇ ਵਿੱਚੋਂ ਜੋ 50% ਜੋ ਮਾਰਕਸ ਹੈ ਤੁਸੀਂ ਲੈਣੇ ਹੈ। ਦਾ ਮਾਰਕਸ obtained in this paper shall not be counted for the determining merit। ਤਾਂ ਜੋ ਤੁਸੀਂ ਇਸ ਪੇਪਰ ਦੇ ਵਿੱਚੋਂ ਨੰਬਰ ਹਾਸਲ ਕਰੋਗੇ ਉਸ ਨੂੰ ਤੁਹਾਡੀ ਮੈਰਿਟ ਦੇ ਲਈ ਕਾਊਂਟ ਨਹੀਂ ਕੀਤਾ ਜਾਏਗਾ। ਤਾਂ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ, ਸਾਨੂੰ ਨੋਟ ਦਿੱਤਾ ਗਿਆ ਹੈ ਇਹਦੇ ਵਿੱਚ। ਤਾਂ ਕੀ ਦੱਸਿਆ ਗਿਆ ਇਹਦੇ ਵਿੱਚ, ਈ ਕੈਂਡੀਡੇਟ ਸ਼ੈਲ ਬੀ ਇਸ਼ੂਡ ਐਡਮਿਟ ਕਾਰਡ indicating the specific date, time and venue for candidates computer based test paper।
ਕਿ ਹਰੇਕ ਕੈਂਡੀਡੇਟ ਨੂੰ ਜੋ ਐਡਮਿਟ ਕਾਰਡ ਇਸ਼ੂ ਕੀਤਾ ਜਾਏਗਾ ਉਸ ਦੇ ਉੱਤੇ ਡੇਟ ਮੈਂਸ਼ਨ ਹੋਏਗੀ, ਸਮਾਂ ਮੈਂਸ਼ਨ ਹੋਏਗਾ ਔਰ ਵੈਨਿਊ ਜਗ੍ਹਾ ਦੱਸੀ ਜਾਏਗੀ ਕਿ ਕਿੱਥੇ ਤੁਹਾਡਾ ਜੋ ਕੰਪਿਊਟਰ ਬੇਸਡ ਟੈਸਟ ਹੈ ਜੋ ਹੋਣਾ ਹੈ। ਦ ਕੈਂਡੀਡੇਟ ਇਜ਼ ਰਿਕੁਆਇਰਡ ਟੂ ਡਾਊਨਲੋਡ ਦ ਐਡਮਿਟ ਕਾਰਡ ਐਂਡ ਬ੍ਰਿੰਗ ਅ ਹਾਰਡ ਕਾਪੀ of the admit card along with then one prescribed photo identity proof ਜਿਹਦੇ ਚ ਆਧਾਰ ਕਾਰਡ, ਇੰਡੀਅਨ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ਆਇਡੈਂਟੀ ਕਾਰਡ ਐਂਡ ਇੰਡੀਅਨ ਪਾਸਪੋਰਟ ਫॉर ਐਂਟਰੀ ਟੂ ਦਾ ਵੈਨਿਊ ਆਫ ਦਾ ਪੇਪਰਸ। ਕਿ ਕੈਂਡੀਡੇਟ ਨੇ ਕੀ ਕਰਨਾ ਹੈ ਜੀ ਕਿ ਜੋ ਐਡਮਿਟ ਕਾਰਡ ਹੋਏਗਾ ਉਸ ਨੂੰ ਡਾਊਨਲੋਡ ਕਰ ਲੈਣਾ ਹੈ ਔਰ ਉਸ ਦੇ ਨਾਲ ਆਪਣਾ ਇੱਕ ਆਈਡੀ ਪ੍ਰੂਫ ਨਾਲ ਲੈ ਕੇ ਜਾਣਾ ਹੈ। ਉਹ ਆਈਡੀ ਪ੍ਰੂਫ ਕੀ ਹੋ ਸਕਦਾ ਹੈ? ਤੁਹਾਡਾ ਆਧਾਰ ਕਾਰਡ ਹੋ ਸਕਦਾ ਹੈ, ਤੁਹਾਡਾ ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ, ਪੈਨ ਕਾਰਡ ਹੋ ਸਕਦਾ ਹੈ, ਤੁਹਾਡਾ ਵੋਟਰ ਆਇਡੈਂਟੀ ਕਾਰਡ ਹੋ ਸਕਦਾ ਹੈ ਔਰ ਜਾਂ ਫਿਰ ਤੁਹਾਡਾ ਜੋ ਪਾਸਪੋਰਟ ਹੈ ਇਸ ਦੇ ਲਈ ਉਹ ਵੀ ਕਾਊਂਟ ਕੀਤਾ ਜਾਏਗਾ। ਗੱਲ ਕਰਦੇ ਹਾਂ ਜੀ ਨੈਗੇਟਿਵ ਮਾਰਕਿੰਗ ਦੀ। ਇਸ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਕਿਸ ਤਰ੍ਹਾਂ ਹੋਣੀ ਹੈ? Negative marking for an incorrect answer in paper 1 and in paper 2 shall be 25% of the marks assigned to a question that is 1 mark। ਕਿ ਜੋ ਨੈਗੇਟਿਵ ਮਾਰਕਿੰਗ ਹੋਏਗੀ ਉਹ 25% ਹੋਏਗੀ ਹਰੇਕ ਕੁਐਸਚਨ ਦਾ, ਭਾਵ ਕਿ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ 4 ਨੰਬਰ ਦਾ ਸਾਨੂੰ ਹਰੇਕ ਪ੍ਰਸ਼ਨ ਆਉਣਾ ਹੈ ਤਾਂ ਜੋ ਨੈਗੇਟਿਵ ਮਾਰਕਿੰਗ ਹੋਏਗੀ ਉਹ 1 ਨੰਬਰ ਦੀ ਹੋਏਗੀ। There shall be no negative marking for paper 3rd, ਪਰ ਜੋ ਪੇਪਰ 3 ਹੋਣਾ ਹੈ ਜੋ ਕਿ ਕੁਆਲੀਫਾਈਂਗ ਪੇਪਰ ਹੈ ਉਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ। ਵਿਚ ਇਜ਼ ਦਾ ਮੈਂਡੇਟਰੀ ਕੁਆਲੀਫਾਈਂਗ ਪੇਪਰ ਆਫ ਪੰਜਾਬੀ ਲੈਂਗੁਏਜ, ਜਿਹੜਾ ਕਿ ਸਿਰਫ ਤੇ ਸਿਰਫ ਜੋ ਤੁਹਾਡੀ ਪੰਜਾਬੀ ਭਾਸ਼ਾ ਦੀ ਪਰਖ ਦੇ ਲਈ ਇੱਕ ਕੁਆਲੀਫਾਈਂਗ ਪੇਪਰ ਹੈ। ਨੋਰਮਲਾਈਜੇਸ਼ਨ ਤਾਂ ਕਿਸ ਤਰ੍ਹਾਂ ਜੋ ਇਸ ਦੀ ਕਾਊਂਟਿੰਗ ਹੋਏਗੀ? ਐਜ਼ ਕੰਪਿਊਟਰ ਬੇਸਡ ਟੈਸਟ ਵੁੱਡ ਬੀ ਕੰਡਕਟਡ ਇਨ ਮਲਟੀਪਲ ਸ਼ਿਫਟਸ ਵਿਦ ਡਿਫਰੈਂਟ ਸੈਟਸ ਆਫ ਕੁਐਸਚਨ, ਕਿਉਂਕਿ ਜੋ ਕੰਪਿਊਟਰ ਦਾ ਜੋ ਤੁਹਾਡਾ ਪੇਪਰ ਹੋਣਾ ਉਹ ਅਲੱਗ-ਅਲੱਗ ਸ਼ਿਫਟਾਂ ਦੇ ਵਿੱਚ ਹੋਏਗਾ, ਕਈ ਤਰ੍ਹਾਂ ਦੇ ਪੇਪਰ ਹੋਣਗੇ ਫੋਰ ਡਿਫਰੈਂਟ ਸੈਟਸ ਆਫ ਪਾਰਟਿਸਪੈਂਟਸ, ਤਾਂ ਜਿਹੜੇ ਵੀ ਪਾਰਟਿਸਪੈਂਟ ਹੋਣਗੇ ਉਹਨਾਂ ਨੂੰ ਅਲੱਗ-ਅਲੱਗ ਸੈੱਟ ਮਿਲਣਗੇ। ਨੋਰਮਲਾਈਜੇਸ਼ਨ ਆਫ ਸਕੋਰ ਸ਼ੈਲ ਬੀ ਕੈਰੀਡ ਆਊਟ ਯੂਜ਼ਿੰਗ ਦਾ ਮੀਨ ਸਟੈਂਡਰਡ ਡੈਵੀਏਸ਼ਨ, ਤਾਂ ਜੋ ਨੋਰਮਲਾਈਜੇਸ਼ਨ ਕੀਤੀ ਜਾਏਗੀ ਸਕੋਰਸ ਨੂੰ ਜੋ ਸੈਟਿੰਗ ਕੀਤੀ ਜਾਏਗੀ ਕਿ ਕਿਸ ਕੈਂਡੀਡੇਟ ਦੇ ਕਿੰਨੇ ਸਕੋਰਸ ਹਨ, ਤਾਂ ਉਸ ਦੇ ਲਈ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਹੈ। ਉਹ ਫਾਰਮੂਲਾ ਤੁਸੀਂ ਅੱਗੇ ਦੇਖ ਸਕਦੇ ਹੋ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਸਾਨੂੰ ਇੱਕ ਫਾਰਮੂਲਾ ਦਿੱਤਾ ਗਿਆ ਹੈ, ਇਸ ਫਾਰਮੂਲੇ ਦੇ ਅਕੋਰਡਿੰਗ ਹੀ ਜੋ ਮਾਰਕਸ ਦੀ ਜੋ ਨੋਰਮਲਾਈਜੇਸ਼ਨ ਆ ਉਹ ਕੀਤੀ ਜਾਏਗੀ। ਅੱਗੇ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਅਗਰ ਫਾਰਮੂਲੇ ਨੂੰ ਦੇਖ ਸਕਦੇ ਹੋ ਤਾਂ ਸਾਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਇਹਨਾਂ ਫਾਰਮੂਲੇ ਨੂੰ ਜੋ ਡਿਟੇਲ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ। ਗੱਲ ਕਰਦੇ ਹਾਂ ਜੀ ਮਿਨੀਮਮ ਮਾਰਕਸ ਦੀ ਕਿ ਇਹਨਾਂ ਟੈਸਟਾਂ ਦੇ ਲਈ ਜੋ ਮਿਨੀਮਮ ਮਾਰਕਸ ਆ ਉਹ ਕਿੰਨੇ ਹੋਣਗੇ। ਆਫਟਰ ਨੋਰਮਲਾਈਜੇਸ਼ਨ ਇਜ਼ ਕੈਰੀਡ ਆਊਟ, ਜਦੋਂ ਇਹ ਨੋਰਮਲਾਈਜੇਸ਼ਨ ਹੋ ਗਈ ਭਾਵ ਕਿ ਅੰਕਾਂ ਦੀ ਜੋ ਵੰਡ ਹੋ ਗਈ, is carried out in the above mentioned manner, candidates belonging to scheduled caste, backward class, economically weaker section and ex-servicemen category shall be required to score a minimum of 35% marks, and candidates belonging to other categories shall be required to score a minimum of 40% marks in each of the paper 1 and 2 separately to be eligible to be considered for the next stage of the selection process। ਤਾਂ ਇਹਦੇ ਵਿੱਚ ਸਾਨੂੰ ਸਪਸ਼ਟ ਦੱਸਿਆ ਗਿਆ ਹੈ ਕਿ ਨੋਰਮਲਾਈਜੇਸ਼ਨ ਤੋਂ ਬਾਅਦ ਜਿਹੜੇ ਕੈਂਡੀਡੇਟ ਐਸਸੀ ਕੈਟੇਗਰੀ ਨਾਲ ਸੰਬੰਧ ਰੱਖਦੇ ਹਨ, ਬੈਕਵਰਡ ਕਲਾਸਿਸ ਨਾਲ ਸੰਬੰਧ ਰੱਖਦੇ ਹਨ, ਇਕਨੋਮਿਕਲੀ ਵੀਕਰ ਸੈਕਸ਼ਨ ਭਾਵ ਕਿ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਜਾਂ ਫਿਰ ਐਕਸ ਸਰਵਿਸਮੈਨ ਕੈਟੇਗਰੀ ਨਾਲ ਸੰਬੰਧ ਰੱਖਦੇ ਹਨ, ਤਾਂ ਉਹਨਾਂ ਨੂੰ ਘੱਟੋ ਘੱਟ 35% ਅੰਕ ਹਾਸਲ ਕਰਨੇ ਜ਼ਰੂਰੀ ਹਨ। ਔਰ ਬਾਕੀ ਜੋ ਕੈਟੇਗਰੀਜ਼ ਹਨ ਜਿਹਦੇ ਵਿੱਚ ਜਨਰਲ ਕੈਟੇਗਰੀ ਵੀ ਆ ਗਈ, ਉਹਨਾਂ ਕੈਂਡੀਡੇਟਸ ਦੇ ਲਈ ਘੱਟੋ ਘੱਟ 40% ਜੋ ਮਾਰਕਸ ਹੈ ਪੇਪਰ 1 ਔਰ ਪੇਪਰ 2 ਦੇ ਵਿੱਚ ਅਲੱਗ-ਅਲੱਗ ਤੌਰ ਤੇ ਜੋ ਹਾਸਲ ਕਰਨੇ ਲਾਜ਼ਮੀ ਹਨ, ਫਿਰ ਹੀ ਉਹਨਾਂ ਨੂੰ ਅਗਲੀ ਸਟੇਜ ਦੇ ਲਈ ਕੰਸੀਡਰ ਉਹ ਕੀਤਾ ਜਾਏਗਾ। The candidate shall also be required to score a minimum 50% marks in paper 3rd after normalization is carried out to qualify for the next stage of the selection process। ਤਾਂ ਇਸ ਦੇ ਵਿੱਚ ਸਾਨੂੰ ਇਹ ਵੀ ਦੱਸਿਆ ਕਿ ਜੋ ਪੇਪਰ 3rd ਹੈ ਜੋ ਕਿ ਸਿਰਫ ਕੁਆਲੀਫਾਈਂਗ ਨੇਚਰ ਹੈ, ਤਾਂ ਉਹਦੇ ਵਿੱਚੋਂ ਵੀ ਕੈਂਡੀਡੇਟਸ ਨੂੰ ਜੋ 50% ਅੰਕ ਹਾਸਲ ਕਰਨੇ ਲਾਜ਼ਮੀ ਹਨ। The failure to secure minimum 50% marks in paper 3rd shall disqualify the candidate for being considered for the next stage of the selection process irrespective of his scores in paper 1 and 2। ਤਾਂ ਜੇਕਰ ਕੋਈ ਕੈਂਡੀਡੇਟਸ ਪੇਪਰ 3rd ਦੇ ਵਿੱਚੋਂ 50% ਮਾਰਕਸ ਹਾਸਲ ਨਹੀਂ ਕਰਦਾ, ਚਾਹੇ ਉਹਨੇ ਪੇਪਰ 1 ਤੇ ਪੇਪਰ 2 ਦੇ ਵਿੱਚੋਂ ਜੋ ਆਪਣੇ ਘੱਟੋ ਘੱਟ ਮਾਰਕਸ ਜੋ ਚਾਹੀਦੇ ਹਨ ਉਹ ਹਾਸਲ ਕੀਤੇ ਹੀ ਹੋਣ, ਤਾਂ ਵੀ ਜੋ ਉਸਦੀ ਪਾਤਰਤਾ ਉਹ ਰੱਦ ਕਰ ਦਿੱਤੀ ਜਾਏਗੀ। ਤਾਂ ਇਟ ਮੀਨਸ ਕਿ 3rd ਪੇਪਰ ਦੇ ਵਿੱਚੋਂ 50% ਜੋ ਮਾਰਕਸ ਹਾਸਲ ਕਰਨੇ ਉਹ ਲਾਜ਼ਮੀ ਹਨ। However, the marks obtained by candidates in paper 3rd, which is a mandatory qualifying paper of Punjabi language, shall not be considered in the overall score of the candidates for determining merit।
ਤਾਂ ਇਹਦੇ ਵਿੱਚ ਸਾਨੂੰ ਇੱਕ ਗੱਲ ਇਹ ਵੀ ਦੱਸੀ ਗਈ ਹੈ ਕਿ ਚਾਹੇ ਥਰਡ ਪੇਪਰ ਦੇ ਵਿੱਚੋਂ 50% ਮਾਰਕਸ ਹਾਸਲ ਕਰਨੇ ਲਾਜ਼ਮੀ ਹਨ, ਪਰ ਜੋ ਕੈਂਡੀਡੇਟਸ ਨੇ ਥਰਡ ਪੇਪਰ ਦੇ ਵਿੱਚੋਂ ਜਿੰਨੇ ਵੀ ਮਾਰਕਸ ਹਾਸਲ ਕੀਤੇ ਹੋਣਗੇ ਉਹਨਾਂ ਨੂੰ ਫਾਈਨਲ ਮੈਰਿਟ ਦੇ ਲਈ ਕੰਸੀਡਰ ਨਹੀਂ ਕੀਤਾ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਆਂਸਰ ਕੀ ਦੀ। ਹਾਂਜੀ, ਆਂਸਰ ਕੀ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਜੀ, upon completion of the last session of the computer based test the answer key shall be uploaded on the recruitment portal। ਕਿ ਜਦੋਂ ਜੋ ਕੰਪਿਊਟਰ ਬੇਸਡ ਟੈਸਟ ਹੈ, ਜਦੋਂ ਉਸ ਦਾ ਜੋ ਅਖੀਰਲਾ ਪੜਾਅ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਕੀ ਹੈ ਕਿ ਜੋ ਆਂਸਰ ਕੀ ਹੈ ਉਸ ਨੂੰ ਜੋ ਪੋਰਟਲ ਦੇ ਉੱਤੇ ਅਪਲੋਡ ਕੀਤਾ ਜਾਏਗਾ। ਕੈਂਡੀਡੇਟਸ ਵਿਲ ਬੀ ਗਿਵਨ 48 ਆਵਰਸ ਟੂ ਰੇਜ਼ ਆਬਜੈਕਸ਼ਨਸ ਟੂ ਦਾ ਆਂਸਰ ਕੀ। ਕੈਂਡੀਡੇਟਸ ਨੂੰ 48 ਘੰਟੇ ਦਾ ਸਮਾਂ ਦਿੱਤਾ ਜਾਏਗਾ, ਭਾਵ ਕਿ 2 ਦਿਨ ਦਾ ਸਮਾਂ ਦਿੱਤਾ ਜਾਏਗਾ ਕਿ ਅਗਰ ਉਹਨਾਂ ਨੂੰ ਕਿਸੇ ਸਵਾਲ ਦੇ ਉੱਤੇ ਆਬਜੈਕਸ਼ਨ ਹੈ ਜਾਂ ਆਂਸਰ ਕੀ ਦੇ ਉੱਤੇ ਆਬਜੈਕਸ਼ਨ ਹੈ ਤਾਂ ਉਹ ਆਪਣੀ ਜੋ ਆਬਜੈਕਸ਼ਨ ਹੈ ਰੇਜ਼ ਕਰ ਸਕਦੇ ਹਨ। ਇਹ ਨੋਮੀਨਲ ਫੀਸ ਆਫ ₹50 ਸ਼ੈਲ ਬੀ ਚਾਰਜ ਪਰ ਆਬਜੈਕਸ਼ਨ। ਹਰੇਕ ਆਬਜੈਕਸ਼ਨ ਦੇ ਲਈ ਜੋ 50 ਰੁਪਏ ਦੀ ਜੋ ਮਿਨੀਮਮ ਜੋ ਫੀਸ ਹੈ ਉਹ ਲਈ ਜਾਏਗੀ। ਦ ਫੀ ਸ਼ੈਲ ਬੀ ਰਿਫੰਡਡ ਇਫ ਦ ਆਬਜੈਕਸ਼ਨ ਇਜ਼ ਸਸਟੇਨਡ। ਜੇਕਰ ਕੈਂਡੀਡੇਟ ਵੱਲੋਂ ਜੋ ਆਬਜੈਕਸ਼ਨ ਰੇਜ਼ ਕੀਤੀ ਗਈ ਹੈ ਉਹ ਸਹੀ ਪਾਈ ਜਾਂਦੀ ਹੈ ਤਾਂ ਜੋ ਉਸਦੀ ਜੋ ਫੀਸ ਹੈ ਉਹ ਰਿਫੰਡ ਕਰ ਦਿੱਤੀ ਜਾਏਗੀ। ਅਲਰਟਸ ਟੂ ਦ ਕੈਂਡੀਡੇਟਸ, ਅਲਰਟਸ ਟੂ ਕੈਂਡੀਡੇਟਸ ਦੇ ਵਿੱਚ ਕੀ ਦੱਸਿਆ ਗਿਆ ਹੈ, ਇਟ ਸ਼ੈਲ ਬੀ ਦ ਰਿਸਪੌਂਸਿਬਿਲਿਟੀ ਆਫ ਦ ਕੈਂਡੀਡੇਟਸ ਟੂ ਕੀਪ ਦੈਮਸੈਲਵਸ abreast of the updates with respect to the process and stage of the selection process by frequently checking the recruitment portal for updates। ਇਹਦੇ ਵਿੱਚ ਦੱਸਿਆ ਗਿਆ ਕਿ ਕੈਂਡੀਡੇਟਸ ਦੀ ਖੁਦ ਦੀ ਜ਼ਿੰਮੇਵਾਰੀ ਹੋਏਗੀ ਕਿ ਇਸ ਭਰਤੀ ਪ੍ਰਕਿਰਿਆ ਸੰਬੰਧੀ ਜੋ ਕਿਸੇ ਕਿਸਮ ਦੀ ਜੋ ਅਪਡੇਸ਼ਨ ਆਉਂਦੀ ਹੈ ਤਾਂ ਉਸ ਦੇ ਲਈ ਉਹ ਪੋਰਟਲ ਨੂੰ ਸਮੇਂ-ਸਮੇਂ ਤੇ ਵਿਜ਼ਿਟ ਕਰਦਾ ਰਹੇ। ਨੋ ਇੰਡੀਵਿਜੂਅਲ ਕਮਿਊਨੀਕੇਸ਼ਨ ਸ਼ੈਲ ਬੀ ਮੇਡ ਵਿਦ ਦ ਕੈਂਡੀਡੇਟਸ। ਕੈਂਡੀਡੇਟਸ ਦੇ ਨਾਲ ਕੋਈ ਨਿੱਜੀ ਜੋ ਕਮਿਊਨੀਕੇਸ਼ਨ ਆ ਉਹ ਨਹੀਂ ਕੀਤੀ ਜਾਏਗੀ, ਭਾਵ ਕਿ ਕੈਂਡੀਡੇਟਸ ਨੂੰ ਕੋਈ ਅਲੱਗ ਤੋਂ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ। However, candidate shall be informed at various stages on the selection process by SMS and email। ਪਰ ਜੋ ਕੈਂਡੀਡੇਟਸ ਨੂੰ ਸਮੇਂ-ਸਮੇਂ ਤੇ SMS ਰਾਹੀਂ ਜਾਂ ਈਮੇਲਸ ਰਾਹੀਂ ਜੋ ਉਸ ਨੂੰ ਜੋ ਵੱਖ-ਵੱਖ ਜੋ ਜਾਣਕਾਰੀ ਹੈ ਉਸ ਨਾਲ ਜੋ ਸਾਂਝੀ ਹੈ ਉਹ ਕੀਤੀ ਜਾਏਗੀ। ਨੈਕਸਟ ਕੀ ਦੱਸਿਆ ਗਿਆ ਜੀ, The alerts are just an additional facilitation provided to the candidates। ਕਿ ਜੋ ਅਲਰਟ ਹਨ ਇਹਦਾ ਇੱਕ ਅਲੱਗ ਤੋਂ ਜੋ ਕੈਂਡੀਡੇਟਸ ਦੀ ਜੋ ਸਹੂਲਤ ਦੇ ਲਈ ਜੋ ਸੁਵਿਧਾ ਦਿੱਤੀ ਗਈ ਹੈ। The department shall not be responsible for non receipt of an alert due to any reason whatsoever। ਕਿ ਅਗਰ ਕਿਸੇ ਕਾਰਨ ਕਰਕੇ ਕੈਂਡੀਡੇਟਸ ਨੂੰ ਕੋਈ ਵੀ SMS ਨਹੀਂ ਮਿਲਦਾ ਤਾਂ ਇਸ ਦੇ ਲਈ ਜੋ ਵਿਭਾਗ ਹੈ, ਜੋ ਪੁਲਿਸ ਵਿਭਾਗ ਹੈ ਉਹ ਜ਼ਿੰਮੇਵਾਰ ਨਹੀਂ ਹੋਏਗਾ। The candidates are advised to disable do not disturb service on their mobile phones to enable timely receipt of SMS alert। ਤਾਂ ਇਸ ਦੇ ਦੱਸਿਆ ਗਿਆ ਕੈਂਡੀਡੇਟਸ ਜਿਹੜੇ ਹੈ ਡੂ ਨੋਟ ਡਿਸਟਰਬ ਜਿਹੜੀ ਸਰਵਿਸ ਹੈ ਉਸ ਨੂੰ ਆਪਣੇ ਮੋਬਾਈਲ ਫੋਨ ਤੇ ਇਨੇਬਲ ਕਰ ਲੈਣ, ਸ਼ੁਰੂ ਕਰ ਲੈਣ ਤਾਂ ਕਿ ਉਹਨਾਂ ਨੂੰ ਜੋ SMS ਆ ਉਹ ਸਮੇਂ-ਸਮੇਂ ਤੇ ਮਿਲਦੇ ਰਹਿਣ। ਸਟੇਜ 2 ਦੇ ਬਾਰੇ ਸਾਡੇ ਕੀ ਜਾਣਕਾਰੀ ਦਿੱਤੀ ਗਈ ਹੈ ਜੀ, ਸਟੇਜ 2 ਜਿਸ ਦੇ ਵਿੱਚ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਣਾ ਹੈ ਔਰ ਫਿਜ਼ੀਕਲ ਸਕਰੀਨਿੰਗ ਟੈਸਟ ਹੋਣਾ ਹੈ, ਉਸ ਦੇ ਬਾਰੇ ਸਾਨੂੰ ਕੀ ਦੱਸਿਆ ਗਿਆ ਹੈ। Sufficient number of candidates from amongst the candidates who have obtained required minimum marks in paper 1 and paper 2 and have also qualified paper 3 would be shortlisted on the basis of merit determined by the cumulative marks obtained in paper 1 and 2 following normalization and after factoring in reservation for various categories। ਤਾਂ ਫਿਜ਼ੀਕਲ ਮੈਜ਼ਰਮੈਂਟ ਔਰ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਲਈ ਸਿਰਫ ਉਹਨਾਂ ਕੈਂਡੀਡੇਟਸ ਨੂੰ ਬੁਲਾਇਆ ਜਾਏਗਾ ਜਿਨ੍ਹਾਂ ਨੇ ਪੇਪਰ 1 ਔਰ ਪੇਪਰ 2 ਨੂੰ ਕੁਆਲੀਫਾਈ ਕਰ ਲਿਆ ਹੈ ਔਰ ਪੇਪਰ 3 ਦੇ ਵਿੱਚੋਂ ਵੀ ਜੋ 50% ਮਾਰਕਸ ਲੈ ਲਏ ਹਨ। ਤਾਂ ਉਸ ਤੋਂ ਬਾਅਦ ਇਸ ਪ੍ਰੋਸੈਸ ਤੋਂ ਬਾਅਦ ਜਿਹੜੀ ਮੈਰਿਟ ਬਣੇਗੀ ਉਸ ਮੈਰਿਟ ਦੇ ਹਿਸਾਬ ਦੇ ਨਾਲ ਜੋ ਕੈਂਡੀਡੇਟਸ ਅੱਗੇ ਆਣਗੇ, ਜਿੰਨੇ ਰਿਕੁਆਇਰਡ ਕੈਂਡੀਡੇਟਸ ਹੋਣਗੇ ਤਾਂ ਉਹਨਾਂ ਦੇ ਜੋ ਸਫੀਸ਼ੀਐਂਟ ਨੰਬਰ ਹੈ ਉਹਨਾਂ ਨੂੰ ਜੋ ਫਿਜ਼ੀਕਲ ਮੈਜ਼ਰਮੈਂਟ ਟੈਸਟ ਔਰ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਲਈ ਕਾਲ ਕੀਤਾ ਜਾਏਗਾ। The shortlisted candidates would be called for stage 2। ਸਭ ਤੋਂ ਪਹਿਲਾਂ ਸਟੇਜ 2 ਦੇ ਲਈ ਜੋ ਕੈਂਡੀਡੇਟਸ ਨੂੰ ਸ਼ੋਰਟਲਿਸਟ ਕੀਤਾ ਜਾਏਗਾ, ਸਟੇਜ 2 ਦੇ ਲਈ ਉਹਨਾਂ ਨੂੰ ਬੁਲਾਇਆ ਜਾਏਗਾ। ਸਟੇਜ 2 of the selection process consisting of physical measurement test and physical screen test shall be conducted at designation places date and time। ਤਾਂ ਸਟੇਜ 2 ਦੇ ਲਈ ਜੋ ਕਿ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਣਾ ਹੈ ਔਰ ਫਿਜ਼ੀਕਲ ਸਕਰੀਨਿੰਗ ਟੈਸਟ ਹੋਣਾ ਹੈ, ਇਸ ਦੇ ਲਈ ਤੁਹਾਨੂੰ ਦੱਸੀ ਗਈ ਜਗ੍ਹਾ, ਸਥਾਨ ਔਰ ਸਮੇਂ ਦੇ ਉੱਤੇ ਤੁਸੀਂ ਪਹੁੰਚਣਾ ਹੋਏਗਾ। ਤਾਂ 8.1 ਅਸੀਂ ਗੱਲ ਕਰਦੇ ਹਾਂ ਜੀ ਸ਼ਡਿਊਲ ਫॉर ਸਟੇਜ 2 ਟੈਸਟ। ਕੀ ਇਹਦਾ ਸ਼ਡਿਊਲ ਹੋਏਗਾ ਉਸ ਦੇ ਬਾਰੇ ਗੱਲ ਕਰਦੇ ਹਾਂ। The schedule for physical measurement test and physical screening test shall be uploaded on the recruitment portal। ਤਾਂ ਕੀ ਇਸ ਦਾ ਸ਼ਡਿਊਲ ਹੋਏਗਾ ਕਿ ਕਦੋਂ ਜੋ ਇਹ ਸਕਰੀਨਿੰਗ ਹੋਣੀ ਹੈ
ਇਸ ਦੇ ਲਈ ਤੁਹਾਨੂੰ ਰਿਕਰੂਟਮੈਂਟ ਪੋਰਟਲ ਦੇ ਰਾਹੀਂ ਹੀ ਸੂਚਿਤ ਕੀਤਾ ਜਾਏਗਾ। Separate admit cards indicating the date, time and venue shall be issued for stage 2 test। ਚਾਹੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੈ, ਚਾਹੇ ਫਿਜ਼ੀਕਲ ਸਕਰੀਨ ਟੈਸਟ ਹੈ, ਤਾਂ ਇਸ ਦੇ ਲਈ ਤੁਹਾਨੂੰ ਅਲੱਗ ਤੋਂ ਜੋ ਐਡਮਿਟ ਕਾਰਡ ਆ ਇਸ਼ੂ ਕੀਤੇ ਜਾਣਗੇ, ਜਿਸ ਦੇ ਉੱਤੇ ਸਮਾਂ ਦਿੱਤਾ ਹੋਏਗਾ, ਡੇਟ ਦਿੱਤੀ ਹੋਏਗੀ ਔਰ ਵੈਨਿਊ ਦਿੱਤਾ ਹੋਏਗਾ ਕਿਸ ਜਗ੍ਹਾ ਤੇ ਤੁਹਾਡਾ ਜੋ ਇਹ ਫਿਜ਼ੀਕਲ ਮੈਜ਼ਰਮੈਂਟ ਟੈਸਟ ਔਰ ਫਿਜ਼ੀਕਲ ਸਕਰੀਨ ਟੈਸਟ ਹੈ ਜੋ ਹੋਣਾ ਹੈ। The candidates is required to download the admit card, bring a hard copy of the same along with any prescribed photo identity proof for entry to the venue of the stage। ਤਾਂ ਇਸ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਕੈਂਡੀਡੇਟਸ ਨੂੰ ਆਪਣੇ ਜੋ ਐਡਮਿਟ ਕਾਰਡ ਦੇ ਨਾਲ ਇੱਕ ਆਈਡੀ ਪ੍ਰੂਫ, ਜਿਹਦੇ ਵਿੱਚ ਆਧਾਰ ਕਾਰਡ ਵੀ ਹੋ ਸਕਦਾ ਹੈ, ਇੰਡੀਅਨ ਡਰਾਈਵਿੰਗ ਲਾਇਸੈਂਸ, ਕੈਂਡੀਡੇਟ ਦਾ ਡਰਾਈਵਿੰਗ ਲਾਇਸੈਂਸ ਵੀ ਹੋ ਸਕਦਾ ਹੈ, ਪੈਨ ਕਾਰਡ ਵੀ ਹੋ ਸਕਦਾ ਹੈ, ਵੋਟਰ ਆਇਡੈਂਟੀ ਕਾਰਡ ਵੀ ਹੋ ਸਕਦਾ ਹੈ ਔਰ ਭਾਰਤੀ ਪਾਸਪੋਰਟ, ਕੈਂਡੀਡੇਟ ਦਾ ਆਪਣਾ ਪਾਸਪੋਰਟ ਵੀ ਹੋ ਸਕਦਾ ਹੈ। ਇਸ ਨੂੰ ਵੀ ਆਪਣੇ ਨਾਲ ਜਿਹੜਾ ਵੀ ਤੁਹਾਨੂੰ ਵੈਨਿਊ ਦੱਸਿਆ ਜਾਂਦਾ ਹੈ ਉਸ ਦੇ ਉੱਤੇ ਤੁਸੀਂ ਇਸ ਨੂੰ ਲੈ ਕੇ ਜਾਣਾ ਹੈ। ਫਿਜ਼ੀਕਲ ਮੈਜ਼ਰਮੈਂਟ ਟੈਸਟ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ। ਫੋਰ ਡਿਸਟ੍ਰਿਕਟ ਪੁਲਿਸ ਐਂਡ ਆਰਮ ਪੁਲਿਸ ਕੈਡਰਸ ਦੀ ਪਹਿਲਾਂ ਗੱਲ ਕਰਾਂਗੇ। ਫੋਰ ਮੇਲ ਕੈਂਡੀਡੇਟਸ ਐਕਸਕਲੂਡਿੰਗ ਐਕਸ ਸਰਵਿਸਮੈਨ ਅਬਵ 35 ਇਅਰਸ ਆਫ ਏਜ ਐਂਡ ਔਨ ਜਨਵਰੀ 1 2023 ਉਹਨਾਂ ਨੂੰ ਐਕਸਕਲੂਡ ਕੀਤਾ ਗਿਆ ਹੈ, ਛੋੜ ਦਿੱਤੀ ਗਈ ਹੈ। ਉਹਨਾਂ ਦੇ ਲਈ ਕਿਹੜੀਆਂ ਇਵੈਂਟਸ ਹਨ ਮੇਲ ਕੈਂਡੀਡੇਟਸ ਦੇ ਲਈ? ਦੇਖੋ ਪਹਿਲਾਂ ਸਾਨੂੰ ਦੱਸਿਆ ਗਿਆ ਹੈ 1600 ਮੀਟਰ ਰਨ ਟੂ ਬੀ ਕੰਪਲੀਟਡ ਇਨ 7 ਮਿੰਟਸ। 7 ਮਿੰਟਾਂ ਦੇ ਵਿੱਚ ਸਿਰਫ ਇੱਕੋ ਮੌਕਾ ਮਿਲੇਗਾ ਕਿ 1600 ਮੀਟਰ ਜੋ ਤੁਸੀਂ ਰੇਸ ਦੌੜਨੀ ਹੈ। ਲੌਂਗ ਜੰਪ ਦੱਸਿਆ ਗਿਆ ਹੈ 3.65 ਮੀਟਰ, ਓਨਲੀ 3 ਚਾਂਸਿਸ, 3 ਮੌਕੇ ਮਿਲਣਗੇ। 3.65 ਮੀਟਰ ਦਾ ਜੋ ਲੌਂਗ ਜੰਪ ਲੰਬੀ ਜੋ ਛਲਾਂਗ ਹੈ ਉਹ ਲਗਾਉਣੀ ਹੈ। ਹਾਈ ਜੰਪ 1.10 ਮੀਟਰ, ਓਨਲੀ 3 ਚਾਂਸਿਸ। ਜੋ ਉੱਚੀ ਛਲਾਂਗ ਲਗਾਉਣੀ ਹੈ 1.10 ਮੀਟਰ ਦੀ, ਇਹਦੇ ਲਈ ਤੁਹਾਨੂੰ 3 ਮੌਕੇ ਦਿੱਤੇ ਜਾਣਗੇ। ਹੁਣ ਅਸੀਂ ਗੱਲ ਕਰਦੇ ਹਾਂ ਫੋਰ ਐਕਸ ਸਰਵਿਸਮੈਨ ਮੇਲ ਕੈਂਡੀਡੇਟਸ, ਤਾਂ ਉਹਨਾਂ ਦੇ ਲਈ ਕੀ ਹੈ ਕਿ 1400 ਮੀਟਰਸ ਵਾਕ ਐਂਡ ਰਨ ਟੂ ਬੀ ਕੰਪਲੀਟਡ ਇਨ 12 ਮਿੰਟਸ, ਓਨਲੀ 1 ਚਾਂਸ, ਇੱਕੋ ਮੌਕਾ ਹੋਏਗਾ ਕਿ 12 ਮਿੰਟਾਂ ਦੇ ਵਿੱਚ ਜੋ 1400 ਮੀਟਰ ਦੀ ਰੇਸ ਹੈ ਜੋ ਪੂਰੀ ਕਰਨੀ ਹੋਏਗੀ। 10 ਫੁੱਲ ਸਕੁਐਟਸ ਵਿਦ 3 ਮਿੰਟਸ, ਇੱਕੋ ਮੌਕਾ ਮਿਲੇਗਾ 3 ਮਿੰਟਾਂ ਦੇ ਵਿੱਚ 10 ਜੋ ਫੁੱਲ ਸਕੁਐਟਸ ਜਿਹੜੇ ਪੂਰੇ ਕਰਨੇ ਹੋਣਗੇ ਉਹਨਾਂ ਨੇ। ਅੱਗੇ ਸਾਨੂੰ ਕੀ ਦੱਸਿਆ ਗਿਆ ਜੀ ਫੋਰ ਫੀਮੇਲ ਕੈਂਡੀਡੇਟਸ, ਅਗਰ ਅਸੀਂ ਫੀਮੇਲ ਕੈਂਡੀਡੇਟਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਕੀ ਦੱਸਿਆ ਗਿਆ ਹੈ 800 ਮੀਟਰ ਰਨ ਟੂ ਬੀ ਕੰਪਲੀਟਡ ਇਨ 5 ਮਿੰਟਸ, 5 ਮਿੰਟਾਂ ਦੇ ਵਿੱਚ ਇੱਕੋ ਮੌਕੇ ਦੇ ਵਿੱਚ 800 ਮੀਟਰ ਦੀ ਜੋ ਰੇਸ ਹੈ ਉਹ ਪੂਰੀ ਕਰਨੀ ਹੋਏਗੀ। ਲੌਂਗ ਜੰਪ 2.75 ਮੀਟਰਸ, ਓਨਲੀ 3 ਚਾਂਸਿਸ, 3 ਮੌਕੇ ਮਿਲਣਗੇ ਲੰਬੀ ਛਲਾਂਗ ਦੇ ਲਈ ਜਿਸ ਦੀ ਕਿ ਲੰਬਾਈ ਹੋਏਗੀ 2.75 ਮੀਟਰ। ਹਾਈ ਜੰਪ 3 ਮੌਕੇ ਮਿਲਣਗੇ ਜਿਸ ਦੀ ਜੋ ਉਚਾਈ ਹੋਏਗੀ 0.90 ਮੀਟਰ ਦਾ ਜਿਹੜਾ ਉੱਚੀ ਛਲਾਂਗ ਹੈ ਉਹ ਲਗਾਣੀ ਹੋਏਗੀ। ਨੋਟ ਕੁਝ ਸਾਨੂੰ ਦਿੱਤੇ ਗਏ ਹਨ। Candidate shall be required to qualify all the events for the particular category to which he belongs, ਕਿ ਜਿਸ ਵੀ ਕੈਟੇਗਰੀ ਦੇ ਵਿੱਚ ਕੈਂਡੀਡੇਟ ਸੰਬੰਧ ਰੱਖਦਾ ਹੈ ਉਸ ਨੂੰ ਜੋ ਆਪਣੇ ਕੈਟੇਗਰੀ ਦੇ ਨਾਲ ਸੰਬੰਧਿਤ ਜੋ ਇਵੈਂਟਸ ਹਨ ਉਹਨਾਂ ਨੂੰ ਪੂਰਾ ਕਰਨਾ ਹੋਏਗਾ। Failure to qualify any one event for that particular category shall be disqualify the candidate। ਅਗਰ ਕੈਂਡੀਡੇਟ ਉੱਪਰ ਦਿੱਤੀਆਂ ਇਵੈਂਟਸ ਨੂੰ ਪੂਰਾ ਨਹੀਂ ਕਰ ਪਾਉਂਦਾ ਜੋ ਉਸ ਦੀ ਕੈਟੇਗਰੀ ਦੇ ਨਾਲ ਸੰਬੰਧਿਤ ਹਨ ਤਾਂ ਉਸ ਦੀ ਜੋ ਪਾਤਰਤਾ ਉਸ ਨੂੰ ਰੱਦ ਕਰ ਦਿੱਤਾ ਜਾਏਗਾ। ਨੋਟ 2 ਹੈ ਜੀ, candidates may note that random testing may be undertaken to rule out the use of performance enhancing drugs। ਇਹ ਵੀ ਧਿਆਨ ਰੱਖਣੀ ਜੋ ਗੱਲ ਹੈ ਕਿ ਕੈਂਡੀਡੇਟਸ ਨੇ ਕਿਸੇ ਕਿਸਮ ਦੀ ਕੋਈ ਡਰੱਗਸ ਨਾ ਲਈ ਹੋਵੇ। Candidates randomly selected for such test shall have to provide the required biological sample as instructed। randomly ਕੈਂਡੀਡੇਟਸ ਨੂੰ ਚੈੱਕ ਕੀਤਾ ਜਾਏਗਾ ਔਰ ਉਹਨਾਂ ਦੀ ਜਾਂਚ ਵੀ ਕਰਵਾਈ ਜਾਏਗੀ ਕਿ ਕਿਤੇ ਉਹਨਾਂ ਨੇ ਡਰੱਗਸ ਤਾਂ ਨਹੀਂ ਲਈ ਵੀ। Refusal to provide such biological sample shall disqualify candidate and make him her ineligible for selection। ਅਗਰ ਕੋਈ ਕੈਂਡੀਡੇਟ ਇਸ ਟੈਸਟ ਨੂੰ ਕਰਾਉਣ ਤੋਂ ਮਨਾ ਕਰਦਾ ਹੈ ਤਾਂ ਵੀ ਉਸ ਦੀ ਜੋ ਪਾਤਰਤਾ ਉਹ ਰੱਦ ਕਰ ਦਿੱਤੀ ਜਾਏਗੀ। ਨੋਟ 3 ਹੈ ਜੀ, ਫੀਮੇਲ ਕੈਂਡੀਡੇਟਸ who are pregnant on the date of stage 2nd test, that is physical measurement test and physical screening test, may submit a request for postponement of their PMT, physical measurement test and physical screening test। ਕਿ ਜੋ ਔਰਤ ਕੈਂਡੀਡੇਟ ਜੋ ਇਸ ਸਮੇਂ ਦੌਰਾਨ ਸਟੇਜ 2 ਦੇ ਟੈਸਟ ਦੌਰਾਨ ਪ੍ਰੈਗਨੈਂਟ ਹੋਣਗੀਆਂ ਤਾਂ ਉਹਨਾਂ ਨੂੰ ਜੋ ਛੋਟ ਹੈ ਉਹ ਦਿੱਤੀ ਜਾਏਗੀ। ਕਿਹੜੀਆਂ ਕੰਡੀਸ਼ਨਸ ਆ ਉਹਨਾਂ ਦੇ ਲਾਗੂ ਹੋਣਗੀਆਂ ਤਾਂ ਅਸੀਂ ਦੇਖਦੇ ਹਾਂ। ਸਟੇਜ 1 ਦੇ ਲਈ ਜੋ ਪਹਿਲਾ ਪੁਆਇੰਟ ਹੈ, such female candidates shall have to apply through the recruitment portal for the postponement of their PST and PMT on or before the scheduled date of their PMT and PST along with a medical report from a government hospital regarding their pregnancy। ਕਿ ਜੋ ਔਰਤਾਂ
ਸਟੇਜ 2 ਦੇ ਦੌਰਾਨ ਪੀਐਸਟੀ ਔਰ ਪੀਐਮਟੀ ਦੇ ਦੌਰਾਨ ਪ੍ਰੈਗਨੈਂਟ ਹੋਣਗੀਆਂ ਤਾਂ ਉਹਨਾਂ ਨੂੰ ਪੋਰਟਲ ਦੇ ਰਾਹੀਂ ਇੱਕ ਰਿਕੁਐਸਟ ਭੇਜਣੀ ਹੋਏਗੀ। ਕਦੋਂ? ਪੀਐਮਟੀ ਔਰ ਪੀਐਸਟੀ ਦੀ ਜੋ ਸ਼ਡਿਊਲ ਹੋਣ ਤੋਂ ਪਹਿਲਾਂ। ਠੀਕ ਹੈ ਜੀ। ਸੈਕਿੰਡ ਹੈ ਜੀ, in case such a candidates on the basis of her cumulative marks in pattern 1 papers 1 and 2 following normalization provisionally makes it to the final merit list, she shall be given one opportunity for PST and PMT within 180 days of the delivery termination of the pregnancy by keeping a vacancy seat vacant। ਤਾਂ 180 ਦਿਨ ਦੇ ਵਿੱਚ ਉਹਨਾਂ ਨੂੰ ਜੋ PST ਔਰ PMT ਦਾ ਜੋ ਆਪਣਾ ਟੈਸਟ ਆ ਉਹ ਕਲੀਅਰ ਕਰਨਾ ਹੋਏਗਾ। The final result of such a candidate shall be declared based on her qualifying stage second test and scrutiny of document। ਤਾਂ ਜੋ ਫਾਈਨਲ ਰਿਜ਼ਲਟ ਹੈ, ਜੋ ਅੰਤਿਮ ਨਤੀਜਾ ਹੈ ਇਹੋ ਜਿਹੇ ਕੈਂਡੀਡੇਟ ਦਾ, ਤਾਂ ਉਹ ਉਹਨਾਂ ਦੇ ਜੋ ਸਟੇਜ 2 ਦੇ ਕੁਆਲੀਫਾਈ ਕਰਨ ਤੋਂ ਬਾਅਦ ਔਰ ਜੋ ਉਹਨਾਂ ਦੇ ਡਾਕੂਮੈਂਟਸ ਦੇ ਜਿਹੜੀ ਸਕਰੂਟਨੀ ਤੋਂ ਬਾਅਦ ਹੀ ਜੋ ਘੋਸ਼ਿਤ ਹੈ ਉਹ ਕੀਤਾ ਜਾਏਗਾ। ਥਰਡ ਜੋ ਹੈ ਪੁਆਇੰਟ ਜੀ, the seniority of such a candidate who is finally selected would be determined as per the existing government departmental rules instructions। ਤਾਂ ਜੋ ਇਹੋ ਜਿਹੇ ਕੈਂਡੀਡੇਟ ਹੋਣਗੇ ਤਾਂ ਉਹਨਾਂ ਦੀ ਜੋ ਸੀਨੀਅਰਟੀ ਹੈ ਉਹ ਜੋ ਡਿਪਾਰਟਮੈਂਟ ਦੇ ਜਾਂ ਸਰਕਾਰ ਦੀਆਂ ਜੋ ਵੀ ਨਿਯਮ ਹਨ, ਜੋ ਵੀ ਹਦਾਇਤਾਂ ਹਨ, ਉਹਨਾਂ ਦੇ ਅਕੋਰਡਿੰਗ ਹੀ ਤੈਅ ਕੀਤੇ ਜਾਣਗੇ। ਫੋਰਥ ਪੁਆਇੰਟ ਹੈ ਜੀ, in case such a candidates fails to qualify stage second or stage third, the vacancy kept on hold for her shall be carried over to the next recruitment। ਤਾਂ ਅਗਰ ਜੋ ਵੈਕੈਂਸੀ ਰੱਖੀ ਗਈ ਸੀ ਇਹੋ ਜਿਹੇ ਕੈਂਡੀਡੇਟਸ ਦੇ ਲਈ, ਔਰ ਅਗਰ ਉਹ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਐਲੀਜੀਬਲ ਨਹੀਂ ਹੋ ਪਾਉਂਦੇ ਤਾਂ ਜੋ ਉਹਨਾਂ ਦੀ ਜੋ ਪੋਸਟ ਰੱਖੀ ਗਈ ਸੀ ਉਸ ਨੂੰ ਜੋ ਨੈਕਸਟ ਜੋ ਰਿਕਰੂਟਮੈਂਟ ਹੈ ਉਸ ਦੇ ਵਿੱਚ ਵਿਚਾਰਿਆ ਜਾਏਗਾ। ਤਾਂ ਅੱਗੇ ਅਸੀਂ ਗੱਲ ਕਰਦੇ ਹਾਂ ਜੀ ਅਪੀਲਸ ਰਿਲੇਟਿੰਗ ਟੂ ਫਿਜ਼ੀਕਲ ਮੈਜ਼ਰਮੈਂਟ ਟੈਸਟ ਐਂਡ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਵਿੱਚ ਰਿਗਾਰਡਿੰਗ ਅਗਰ ਤੁਸੀਂ ਕੋਈ ਅਪੀਲ ਪਾਣੀ ਹੈ ਤਾਂ ਕਿਸ ਤਰ੍ਹਾਂ ਕਰੋਗੇ। ਕੈਂਡੀਡੇਟਸ ਮੇ ਅਪੀਲ ਅਗੇਂਸਟ ਦਾ ਰਿਜ਼ਲਟ ਆਫ ਦਾ ਫਿਜ਼ੀਕਲ ਮੈਜ਼ਰਮੈਂਟ ਟੈਸਟ or physical screening test if they so desire to the chairperson or the member of the center recruitment board present at the physical measurement test and physical screening test venue on that very day। ਅਗਰ ਤੁਸੀਂ ਇਸ ਦੇ ਰਿਗਾਰਡਿੰਗ ਕੋਈ ਅਪੀਲ ਪਾਣਾ ਚਾਹੁੰਦੇ ਹੋ ਤਾਂ ਕਿਸ ਨੂੰ ਪਾਣੀ ਹੈ ਜੀ? ਚੇਅਰਪਰਸਨ ਨੂੰ ਪਾਣੀ ਹੈ ਜਾਂ ਮੈਂਬਰ ਨੂੰ ਪਾਣੀ ਹੈ, ਜਿਹੜਾ ਕਿ ਸੈਂਟਰ ਰਿਕਰੂਟਮੈਂਟ ਬੋਰਡ ਦਾ ਚੇਅਰਮੈਨ ਹੋਏਗਾ ਜਾਂ ਮੈਂਬਰ ਹੋਏਗਾ, ਔਰ ਜਿਹੜਾ ਤੁਹਾਡੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਔਰ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਦੌਰਾਨ ਉਸ ਵੈਨਿਊ ਦੇ ਉੱਤੇ ਮੌਜੂਦ ਹੋਏਗਾ। The decision of the chairperson or the member of the CRB as the case may be shall be final and no further appeal or representation in this regard shall be entertained। ਤਾਂ ਜੋ ਚੇਅਰਪਰਸਨ ਹੋਏਗਾ ਜਾਂ ਮੈਂਬਰ ਹੋਏਗਾ, ਜੋ ਉਸ ਦਾ ਜੋ ਨਤੀਜਾ ਹੈ ਉਹ ਅੰਤਿਮ ਹੋਏਗਾ, ਫੈਸਲਾ ਜੋ ਅੰਤਿਮ ਹੋਏਗਾ, ਔਰ ਉਸ ਦੇ ਅਗੇਂਸਟ ਕਿਤੇ ਵੀ ਤੁਸੀਂ ਅਪੀਲ ਨਹੀਂ ਕਰ ਸਕੋਗੇ। The chairperson or the member of the CRB as the case may be shall record the decision and the reasons thereof in writing for each case of appeal separately। ਤਾਂ ਜੋ ਇਹ ਚੇਅਰਮੈਨ ਹੋਏਗਾ ਜਾਂ ਮੈਂਬਰ ਹੋਏਗਾ, ਉਹ ਜੋ ਵੀ ਉਸਦਾ ਡਿਸੀਜਨ ਹੋਏਗਾ ਜਾਂ ਜਿਸ ਦੇ ਬੇਸ ਦੇ ਜਿਹੜੇ ਕਾਰਨਾਂ ਦੇ ਉੱਤੇ ਆਧਾਰ ਦੇ ਉੱਤੇ ਉਸਨੇ ਉਹ ਫੈਸਲਾ ਲਿਆ ਹੈ ਉਸ ਨੂੰ ਬਕਾਇਦਾ ਰਿਕਾਰਡ ਕਰੇਗਾ ਔਰ ਇਨ ਰਿਟਨ ਦੇ ਵਿੱਚ ਉਹ ਆਪਣੇ ਕੋਲ ਰੱਖੇਗਾ। ਜਿੰਨੀਆਂ ਵੀ ਅਪੀਲਸ ਉਹਨਾਂ ਨੂੰ ਜਾਂਦੇ ਹਨ ਹਰੇਕ ਅਪੀਲ ਦੇ ਜਿਹੜਾ ਅਲੱਗ-ਅਲੱਗ ਹੈ ਉਸਨੂੰ ਉਹ ਨੋਟ ਕਰਕੇ ਆਪਣੇ ਕੋਲ ਰੱਖੇਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਡਾਕੂਮੈਂਟ ਸਕਰੂਟਨੀ ਦੀ। ਤਾਂ ਅਗਰ ਅਸੀਂ ਡਾਕੂਮੈਂਟ ਸਕਰੂਟਨੀ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ candidates call for the stage third of the selection process would be required to report for document scrutiny on the designated date and time at the place mentioned in the admit card which shall be uploaded on the recruitment portal। ਤਾਂ ਜਿਹੜੇ ਵੀ ਕੈਂਡੀਡੇਟ ਸਟੇਜ 3rd ਤੱਕ ਪਹੁੰਚ ਜਾਂਦੇ ਹਨ ਔਰ ਸਿਲੈਕਸ਼ਨ ਪ੍ਰੋਸੈਸ ਦੇ ਵਿੱਚੋਂ ਕਾਮਯਾਬ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਜੋ ਦੱਸੀ ਗਈ ਜੋ ਕਿ ਵੈਨਿਊ ਹੈ ਉਸ 'ਤੇ ਉਹਨਾਂ ਨੂੰ ਜਾ ਕੇ ਆਪਣੇ ਜੋ ਡਾਕੂਮੈਂਟਸ ਉਹ ਵੈਰੀਫਾਈ ਕਰਾਉਣੇ ਪੈਣਗੇ। ਕਿਹੜੇ ਡਾਕੂਮੈਂਟਸ ਹੋਣਗੇ ਜੀ? ਤਾਂ ਉਹਦੇ ਵਿੱਚ ਹੈ ਮੈਟ੍ਰਿਕੂਲੇਸ਼ਨ ਦਾ ਸਰਟੀਫਿਕੇਟ ਹੋ ਗਿਆ, ਗ੍ਰੈਜੂਏਸ਼ਨ ਦੀ ਡਿਗਰੀ ਹੋ ਗਈ, ਪ੍ਰੂਫ ਆਫ ਹੈਵਿੰਗ ਪਾਸਡ ਪੰਜਾਬੀ ਐਟ ਮੈਟ੍ਰਿਕੂਲੇਸ਼ਨ ਲੈਵਲ, ਸਰਟੀਫਿਕੇਟ ਇਸ਼ੂਡ ਬਾਈ ਕੰਪੀਟੈਂਟ ਅਥਾਰਟੀ ਟੂ ਸਪੋਰਟ ਕਲੇਮ ਫॉर ਰਿਜ਼ਰਵ ਕੈਟਾਗਰੀ ਹੋ ਗਿਆ, ਨੋ ਆਬਜੈਕਸ਼ਨ ਸਰਟੀਫਿਕੇਟ ਫਰੋਮ ਦਾ ਹੈਡ ਆਫ ਦਾ ਡਿਪਾਰਟਮੈਂਟ ਆਫਿਸ ਕੰਸਰਨ, ਇਹ ਸਿਰਫ ਨੌਕਰੀ ਪੇਸ਼ਾ ਲੋਕਾਂ ਦੇ ਲਈ ਹੈ। ਸਪੋਰਟਿੰਗ ਡਾਕੂਮੈਂਟਸ ਇਨ ਕੇਸ ਆਫ ਐਕਸ ਸਰਵਿਸਮੈਨ, ਅਗਰ ਕੋਈ ਐਕਸ ਸਰਵਿਸਮੈਨ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਹੈ ਤਾਂ ਉਸ ਦੇ ਲਈ ਜੋ ਸਪੋਰਟਿੰਗ ਡਾਕੂਮੈਂਟਸ ਹੈ ਉਹ ਹੋ ਗਏ। ਗੱਲ ਕਰਦੇ ਹਾਂ ਜੀ ਮੈਰਿਟ ਲਿਸਟ ਦੀ। Separate cadre-wise merit list of candidates shall be prepared, keeping in view the available vacancies in respective cadres after factoring in the prescribed reservation for different categories on the basis of cumulative marks obtained in paper 1 and paper 2 following normalization and the indicated choice of cadre from amongst the candidates who qualify the stage 2nd and stage 3rd of the selection process।
ਤਾਂ ਜੋ ਮੈਰਿਟ ਹੈ ਜੀ ਉਹ ਪੇਪਰ 1 ਔਰ ਪੇਪਰ 2 ਦੇ ਜਿਹੜੇ ਮਾਰਕਸ ਨੂੰ ਐਡ ਕਰਕੇ ਜੋ ਕਮਿਊਲੇਟਿਵ ਮੈਰਿਟ ਆ ਉਹ ਤਿਆਰ ਕੀਤੀ ਜਾਏਗੀ, ਔਰ ਇਸ ਦੇ ਵਿੱਚ ਇਹ ਵੀ ਧਿਆਨ ਦਿੱਤਾ ਜਾਏਗਾ ਕਿ ਉਸ ਕੈਂਡੀਡੇਟ ਨੇ ਜੋ ਪੇਪਰ 3rd ਹੈ, ਜੋ ਕੁਆਲੀਫਾਈ ਪੇਪਰ ਹੈ, ਉਸ ਨੂੰ ਵੀ ਪਾਸ ਕਰ ਲਿਆ ਹੋਵੇ। The marks obtained by a candidate in the mandatory qualifying Punjabi paper will not be considered in the overall score of the candidate for calculation of a merit। ਤਾਂ ਜੋ ਪੇਪਰ 3 ਦੇ ਮਾਰਕਸ ਹਨ, ਜਿਸ ਨੂੰ ਕਿ ਅਸੀਂ ਕੁਆਲੀਫਾਈਂਗ ਪੇਪਰ ਕਹਿੰਦੇ ਹਾਂ, ਉਸ ਦੇ ਜੋ ਮਾਰਕਸ ਹਨ ਉਹ ਜੋ ਮੈਰਿਟ ਲਿਸਟ ਦੇ ਵਿੱਚ ਕਾਊਂਟ ਨਹੀਂ ਕੀਤੇ ਜਾਣਗੇ। In case of applicants scoring the same aggregate marks in paper 1 2, the normalization the following criteria shall be adopted for inter-se merit। ਅਗਰ ਦੋ ਕੈਂਡੀਡੇਟ ਬਰਾਬਰ ਮਾਰਕਸ ਲੈਂਦੇ ਹਨ ਤਾਂ ਫਿਰ ਉਹਨਾਂ ਦੀ ਜੋ ਮੈਰਿਟ ਹੈ ਕਿਸ ਤਰ੍ਹਾਂ ਨਿਰਧਾਰਿਤ ਕੀਤੀ ਜਾਏਗੀ। ਦ ਕੈਂਡੀਡੇਟ ਸੀਨੀਅਰ ਇਨ ਏਜ ਸ਼ੈਲ ਬੀ ਪਲੇਸਡ ਹਾਇਰ ਇਨ ਦ ਮੈਰਿਟ। ਜਿਸ ਦੀ ਉਮਰ ਵੱਧ ਹੋਏਗੀ ਪਹਿਲਾਂ ਉਸ ਕੈਂਡੀਡੇਟ ਨੂੰ ਵਿਚਾਰਿਆ ਜਾਏਗਾ। ਇਨ ਦ ਇਵੈਂਟ ਆਫ ਏ ਕੈਂਡੀਡੇਟ ਸਕੋਰਿੰਗ ਇਕੁਅਲ ਐਗਰੀਗੇਟ ਮਾਰਕਸ ਇਨ ਪੇਪਰ 1 ਐਂਡ 2 ਐਂਡ ਹੈਵਿੰਗ ਸੇਮ ਡੇਟ ਆਫ ਬਰਥ, ਦ ਕੈਂਡੀਡੇਟ ਸਕੋਰਿੰਗ ਹਾਇਰ ਮਾਰਕਸ ਇਨ ਪੇਪਰ 1 ਸ਼ੈਲ ਬੀ ਪਲੇਸਡ ਹਾਇਰ ਇਨ ਦ ਮੈਰਿਟ। ਤਾਂ ਜੇਕਰ ਦੋ ਕੈਂਡੀਡੇਟਸ ਨੇ ਬਰਾਬਰ ਮਾਰਕਸ ਲਏ ਹਨ ਔਰ ਅਗਰ ਉਹਨਾਂ ਦੀ ਏਜ ਵੀ ਬਰਾਬਰ ਹੈ ਤਾਂ ਜਿਸ ਕੈਂਡੀਡੇਟ ਦੇ ਪੇਪਰ 1 ਚੋਂ ਵੱਧ ਮਾਰਕਸ ਆਏ ਹੋਣਗੇ ਉਸ ਨੂੰ ਵਿਚਾਰਿਆ ਜਾਏਗਾ। ਇਨ ਦਾ ਇਵੈਂਟ ਆਫ ਕੈਂਡੀਡੇਟ ਸਕੋਰਿੰਗ ਇਕੁਅਲ ਐਗਰੀਗੇਟ ਮਾਰਕਸ ਇਨ ਪੇਪਰ 1 ਐਂਡ 2 ਐਂਡ ਹੈਵਿੰਗ ਸੇਮ ਡੇਟ ਆਫ ਬਰਥ ਐਂਡ ਹੈਵਿੰਗ ਸੇਮ ਮਾਰਕਸ ਇਨ ਪੇਪਰ 1, then the candidates having higher qualification shall be ranked higher। ਅਗਰ ਦੋ ਕੈਂਡੀਡੇਟਸ ਹਨ ਉਹਨਾਂ ਨੇ ਪੇਪਰ 1 ਔਰ ਪੇਪਰ 2 ਦੇ ਵਿੱਚ ਬਰਾਬਰ ਮਾਰਕਸ ਲਏ ਹਨ, ਉਹਨਾਂ ਦਾ ਜੋ ਡੇਟ ਆਫ ਬਰਥ ਹੈ ਉਹ ਵੀ ਬਰਾਬਰ ਹੈ, ਪੇਪਰ 1 ਦੇ ਵਿੱਚੋਂ ਵੀ ਮਾਰਕਸ ਬਰਾਬਰ ਆਏ ਹਨ, ਤਾਂ ਫਿਰ ਜਿਸ ਵੀ ਕੈਂਡੀਡੇਟ ਦੀ ਕੁਆਲੀਫਿਕੇਸ਼ਨ ਜ਼ਿਆਦਾ ਹੋਏਗੀ ਉਸ ਨੂੰ ਜੋ ਇਸ ਦੇ ਲਈ ਵਿਚਾਰਿਆ ਜਾਏਗਾ। ਦੇਅਰ ਸ਼ੈਲ ਬੀ ਨੋ ਵੇਟਿੰਗ ਲਿਸਟ। ਇਹਨਾਂ ਪੋਸਟਾਂ ਦੇ ਲਈ ਕੋਈ ਵੀ ਜੋ ਵੇਟਿੰਗ ਲਿਸਟ ਆ ਉਹ ਜਾਰੀ ਨਹੀਂ ਕੀਤੀ ਜਾਏਗੀ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਡਿਕਲੇਰੇਸ਼ਨ ਆਫ ਰਿਜ਼ਲਟ ਦੀ। ਕਿਸ ਤਰ੍ਹਾਂ ਜੋ ਰਿਜ਼ਲਟ ਹੈ ਉਸ ਨੂੰ ਡਿਕਲੇਅਰ ਕੀਤਾ ਜਾਏਗਾ, ਤਾਂ ਉਸ ਦੀ ਗੱਲ ਕਰਦੇ ਹਾਂ। ਫਾਈਨਲ ਰਿਜ਼ਲਟ ਆਫ ਦਾ ਸਿਲੈਕਸ਼ਨ ਪ੍ਰੋਸੈਸ ਸ਼ੈਲ ਬੀ ਅਪਲੋਡਡ ਔਨ ਦਾ ਪੰਜਾਬ ਪੁਲਿਸ ਰਿਕਰੂਟਮੈਂਟ ਪੋਰਟਲ। ਜੋ ਪੰਜਾਬ ਪੁਲਿਸ ਦਾ ਜੋ ਰਿਕਰੂਟਮੈਂਟ ਪੋਰਟਲ ਹੈ ਉਸ ਦੇ ਉੱਤੇ ਜੋ ਫਾਈਨਲ ਰਿਜ਼ਲਟ ਹੈ ਉਸ ਨੂੰ ਅਪਲੋਡ ਕੀਤਾ ਜਾਏਗਾ। ਮੈਡੀਕਲ ਐਗਜ਼ਾਮੀਨੇਸ਼ਨ, ਐਂਟੀਸੀਡੈਂਟ ਐਂਡ ਐਜੂਕੇਸ਼ਨ ਕੁਆਲੀਫਿਕੇਸ਼ਨ ਡਿਗਰੀ ਸਰਟੀਫਿਕੇਟ ਵੈਰੀਫਿਕੇਸ਼ਨ ਦੀ ਗੱਲ ਕਰਦੇ ਹਾਂ। ਮੈਡੀਕਲ ਐਗਜ਼ਾਮੀਨੇਸ਼ਨ ਕਦੋਂ ਹੋਣਾ ਹੈ ਜੀ? Before their enlistment in the police department, candidate shall be medically examined and certified physically fit for service by the civil surgeon medical board as per rules। ਸਰਵਿਸ ਦੇ ਵਿੱਚ ਜੁਆਇਨਿੰਗ ਤੋਂ ਪਹਿਲਾਂ ਕੈਂਡੀਡੇਟਸ ਨੂੰ ਜੋ ਆਪਣਾ ਮੈਡੀਕਲ ਜੋ ਸਰਟੀਫਿਕੇਟ ਆ ਉਹ ਜਾਰੀ ਕਰਵਾਉਣਾ ਪਏਗਾ ਸਿਵਲ ਸਰਜਨ ਦੇ ਕੋਲੋਂ ਔਰ ਮੈਡੀਕਲ ਬੋਰਡ ਦੇ ਵੱਲੋਂ। The medical examination shall include a substance abuse test ਹੋਏਗਾ ਇਸ ਦਾ। No relaxation whatsoever shall be granted in any of the prescribed parameters of the medical examination under any circumstances। ਜੋ ਮੈਡੀਕਲ ਟੈਸਟ ਹੋਏਗਾ ਉਸ ਦੇ ਜੋ ਪੈਰਾਮੀਟਰਸ ਹਨ ਉਹਨਾਂ ਵਿੱਚ ਕਿਸੇ ਕਿਸਮ ਦੀ ਕੋਈ ਵੀ ਛੋਟ ਨਹੀਂ ਦਿੱਤੀ ਜਾਏਗੀ। ਕਰੈਕਟਰ ਐਂਡ ਐਂਟੀਸੀਡੈਂਟ ਵੈਰੀਫਿਕੇਸ਼ਨ ਹੋਏਗੀ। ਜੋ ਵੀ ਕੈਂਡੀਡੇਟਸ ਇਹਨਾਂ ਪੋਸਟਾਂ ਦੇ ਲਈ ਜੁਆਇਨ ਕਰਨਾ ਚਾਹੁੰਦੇ ਹਨ ਉਹਨਾਂ ਦਾ ਕਰੈਕਟਰ ਔਰ ਜੋ ਸਰਵਿਸ ਦੇ ਵਿੱਚ ਆਉਣ ਤੋਂ ਪਹਿਲਾਂ ਜੋ ਉਹਨਾਂ ਦਾ ਕਿਸ ਤਰ੍ਹਾਂ ਦਾ ਵਿਵਹਾਰ ਰਹੇਗਾ ਉਸ ਦੀ ਜਾਂਚ ਪੜਤਾਲ ਕੀਤੀ ਜਾਏਗੀ। ਵੈਰੀਫਿਕੇਸ਼ਨ ਆਫ ਸਰਟੀਫਿਕੇਟਸ, ਹਰੇਕ ਕੈਂਡੀਡੇਟ ਦੇ ਜੋ ਸਰਟੀਫਿਕੇਟਸ ਹਨ ਉਹਨਾਂ ਦੀ ਜੋ ਪੜਤਾਲ ਕੀਤੀ ਜਾਏਗੀ। ਜੁਆਇਨਿੰਗ ਐਂਡ ਪ੍ਰੋਬੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਜੀ, ਤਾਂ ਇਹਦੇ ਵਿੱਚ ਕੀ ਦੱਸਿਆ ਗਿਆ ਹੈਗਾ? The candidate selected in the above mentioned manner shall be given an offer of appointment by the competent authority indicating the time frame for joining। ਕੁਝ ਸਮਾਂ ਦਿੱਤਾ ਜਾਏਗਾ ਜੁਆਇਨਿੰਗ ਦੇ ਲਈ। The selected candidates after joining shall be on probation in the accordance with the rules and instructions as applicable। ਜੁਆਇਨਿੰਗ ਤੋਂ ਬਾਅਦ ਕੈਂਡੀਡੇਟਸ ਨੂੰ ਜੋ ਹਦਾਇਤਾਂ ਹਨ, ਜੋ ਨਿਯਮ ਹਨ, ਉਹਨਾਂ ਦੇ ਅਨੁਸਾਰ ਪ੍ਰੋਬੇਸ਼ਨ ਦੇ ਉੱਤੇ ਰੱਖਿਆ ਜਾਏਗਾ, ਪਰਖ ਸਮੇਂ ਦੇ ਵਿੱਚ ਰੱਖਿਆ ਜਾਏਗਾ। ਇਨ ਕੇਸ ਏ ਵੈਕੈਂਸੀ ਰਿਮੇਨਸ ਅਨਫਿਲਡ ਔਨ ਅਕਾਊਂਟ ਆਫ ਐਨੀ ਰੀਜ਼ਨ ਦਾ ਸੇਮ ਸ਼ੈਲ ਬੀ ਕੈਰੀਡ ਫੋਰਵਰਡ ਟੂ ਦਾ ਨੈਕਸਟ ਰਿਕਰੂਟਮੈਂਟ। ਅਗਰ ਕਿਸੇ ਕਾਰਨ ਕਰਕੇ ਕੋਈ ਵੈਕੈਂਸੀ ਭਰਨੋਂ ਰਹਿ ਜਾਂਦੀ ਹੈ ਤਾਂ ਉਸ ਨੂੰ ਅਗਲੀ ਜੋ ਭਰਤੀ ਹੈ ਉਸ ਦੇ ਲਈ ਰਾਖਵਾਂ ਰੱਖ ਲਿਆ ਜਾਏਗਾ। ਤਾਂ ਅੱਗੇ ਅਸੀਂ ਦੇਖਦੇ ਹਾਂ ਜੀ the fee applicable to the candidates belonging to different categories। ਉਹ ਕੈਂਡੀਡੇਟ ਜੋ ਕਿ ਅਲੱਗ-ਅਲੱਗ ਕੈਟੇਗਰੀਜ਼ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਲਈ ਕਿੰਨੀ ਫੀਸ ਰੱਖੀ ਗਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਅਗਰ ਅਸੀਂ ਗੱਲ ਕਰਦੇ ਹਾਂ ਜਨਰਲ ਕੈਟੇਗਰੀ ਦੀ ਤਾਂ ਜੋ ਐਪਲੀਕੇਸ਼ਨ ਫੀਸ ਹੈ 800 ਰੁਪਏ ਹੈ ਔਰ ਐਗਜ਼ਾਮੀਨੇਸ਼ਨ ਫੀਸ ਵੀ 800 ਹੈ। ਟੋਟਲ ਜੋ ਹੈ 1600 ਰੁਪਏ ਫੀਸ ਹੈ ਜੋ ਇਹਨਾਂ ਦੀ ਲੱਗਣੀ ਹੈ। ਐਕਸ ਸਰਵਿਸਮੈਨ ਦੀ ਗੱਲ ਕਰਦੇ ਹਾਂ ਉਹ ਪੰਜਾਬ ਪੁਲਿਸ 750 ਰੁਪਏ ਐਪਲੀਕੇਸ਼ਨ ਫੀਸ ਹੈ, ਐਗਜ਼ਾਮੀਨੇਸ਼ਨ ਫੀਸ ਕੋਈ ਨਹੀਂ ਹੈ। ਟੋਟਲ ਜੋ ਫੀਸ ਹੈ ਉਹ 750 ਰੁਪਏ ਹੀ ਰਹਿੰਦੀ ਹੈ। SC ST ਆਫ ਆਲ ਸਟੇਟਸ ਐਂਡ ਬੈਕਵਰਡ ਕਲਾਸਿਸ ਜਿਹੜੇ ਕਿ ਪੰਜਾਬ ਦੇ ਰੈਜ਼ੀਡੈਂਟਸ ਹਨ ਉਹਨਾਂ ਲਈ 750 ਰੁਪਏ ਐਪਲੀਕੇਸ਼ਨ ਫੀਸ ਹੈ ਔਰ 200 ਰੁਪਇਆ ਜੋ ਐਗਜ਼ਾਮੀਨੇਸ਼ਨ ਫੀਸ ਹੈ। ਟੋਟਲ ਜੋ 950 ਰੁਪਏ ਇਹਨਾਂ ਦੀ ਜੋ ਫੀਸ ਹੈ ਉਹ ਲੱਗਣੀ ਹੈ। ਇਕਨੋਮਿਕਲੀ ਵੀਕਰ ਸੈਕਸ਼ਨ ਦੀ ਗੱਲ ਕਰਦੇ ਹਾਂ
₹750 ਜੋ ਐਪਲੀਕੇਸ਼ਨ ਫੀਸ ਹੈ ਔਰ ₹200 ਜੋ ਐਗਜ਼ਾਮੀਨੇਸ਼ਨ ਫੀਸ ਹੈ। ਟੋਟਲ ਜੋ ₹950 ਇਹਨਾਂ ਨੂੰ ਪੇ ਕਰਨੀ ਪਏਗੀ। ਮੋਡ ਆਫ ਪੇਮੈਂਟ ਦੀ ਗੱਲ ਕਰਦੇ ਹਾਂ, ਕਿਸ ਤਰ੍ਹਾਂ ਤੁਸੀਂ ਫੀਸ ਦੀ ਅਦਾਇਗੀ ਕਰਨੀ ਹੈ। ਕੈਂਡੀਡੇਟਸ ਆਰ ਰਿਕੁਆਇਰਡ ਟੂ ਮੇਕ ਆਨਲਾਈਨ ਪੇਮੈਂਟ ਆਫ ਦਾ ਰਿਕੁਆਇਰਡ ਫੀਸ। ਜਿਹੜੀ ਕਿ ਰਿਕੁਆਇਰਡ ਫੀਸ ਹੈ ਉਸ ਨੂੰ ਤੁਸੀਂ ਆਨਲਾਈਨ ਮੈਥਡ ਦੇ ਰਾਹੀਂ ਹੀ ਪੇ ਕਰਨਾ ਹੈ। ਨੋ ਅਦਰ ਫੀ ਪੇਮੈਂਟ ਮੋਡ ਸ਼ੈਲ ਬੀ ਕੰਸੀਡਰਡ। ਫੀਸ ਦੀ ਅਦਾਇਗੀ ਲਈ ਕੋਈ ਵੀ ਜੋ ਹੋਰ ਢੰਗ ਤਰੀਕਾ ਹੈ ਉਹ ਨਹੀਂ ਮੰਨਿਆ ਜਾਏਗਾ। ਫੀਸ ਵਨ ਪੇਡ ਸ਼ੈਲ ਨੋਟ ਬੀ ਰਿਫੰਡਡ। ਜੋ ਫੀਸ ਤੁਸੀਂ ਇੱਕ ਵਾਰ ਅਦਾ ਕਰਤੀ ਉਹ ਕਿਸੇ ਵੀ ਸਥਿਤੀ ਦੇ ਵਿੱਚ ਜੋ ਰਿਫੰਡ ਹੈ ਜੋ ਵਾਪਸ ਆ ਉਹ ਨਹੀਂ ਕੀਤੀ ਜਾਏਗੀ। ਆਨਲਾਈਨ ਐਪਲੀਕੇਸ਼ਨ ਦਾ ਪ੍ਰੋਸੀਜਰ ਸਾਨੂੰ ਦੱਸਿਆ ਗਿਆ ਹੈ। ਇਸ ਦੇ ਲਈ ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਜੋ ਸਾਨੂੰ ਪੋਰਟਲ ਪ੍ਰੋਵਾਈਡ ਕੀਤਾ ਗਿਆ ਹੈ ਪੰਜਾਬ ਪੁਲਿਸ ਰਿਕਰੂਟਮੈਂਟ 2023, ਇਸ ਦੇ ਉੱਤੇ ਜਾਣਾ ਹੈ। Candidates desire of applying for post in more than one cadre shall subject to the filling of the eligibility requirement for cadre applied for be required to indicate their choice of cadres in order of preference in the application form। ਅਗਰ ਕੈਂਡੀਡੇਟ ਇੱਕ ਤੋਂ ਵੱਧ ਕੈਡਰ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਪ੍ਰੈਫਰੈਂਸ ਜੋ ਦੱਸਣੀ ਪਏਗੀ ਕਿ ਉਸਨੇ ਪੰਜਾਬ ਪੁਲਿਸ ਨੂੰ ਫਸਟ ਪ੍ਰੈਫਰੈਂਸ ਦੇ ਵਿੱਚ ਰੱਖਿਆ ਹੈ ਜਾਂ ਆਰਮ ਪੁਲਿਸ ਨੂੰ ਜੋ ਫਸਟ ਪ੍ਰੈਫਰੈਂਸ ਦੇ ਵਿੱਚ ਰੱਖਿਆ ਹੈ। The choice given in the application submitted by the candidate shall be final and cannot be changed later at any stage। ਇੱਕ ਵਾਰ ਤੁਸੀਂ ਜੋ ਪ੍ਰੈਫਰੈਂਸ ਰੱਖ ਲਈ ਉਸ ਨੂੰ ਕਿਸੇ ਵੀ ਸਟੇਜ ਦੇ ਉੱਤੇ ਬਦਲਿਆ ਨਹੀਂ ਜਾ ਸਕੇਗਾ। Candidate shall only be considered for post and cadre for which he is given his preference। ਉਹ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। Applications are advised to read the instructions as given in the recruitment portal carefully before filling up the application form। ਤਾਂ ਕੈਂਡੀਡੇਟਸ ਲਈ ਖਾਸ ਹਦਾਇਤ ਹੈ ਕਿ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਜੋ ਹਦਾਇਤਾਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ। The applications are advised to fill all details including their correct and active email address and mobile number in the online application form। ਕੈਂਡੀਡੇਟਸ ਨੂੰ ਆਪਣਾ ਐਪਲੀਕੇਸ਼ਨ ਜੋ ਫਾਰਮ ਭਰਦੇ ਵੇਲੇ ਆਪਣਾ ਮੋਬਾਈਲ ਨੰਬਰ ਔਰ ਈਮੇਲ ਨੂੰ ਧਿਆਨਪੂਰਵਕ ਪੜ੍ਹਨ ਦੇ ਲਈ ਕਿਹਾ ਗਿਆ ਹੈ। Application must ensure that they have access to a good internet facility with reasonable speed। ਕੈਂਡੀਡੇਟਸ ਨੂੰ ਇਸ ਚੀਜ਼ ਨੂੰ ਇੰਸ਼ੋਰ ਕਰਨਾ ਹੈ ਕਿ ਜਦੋਂ ਫਾਰਮ ਭਰਨਾ ਹੈ ਤਾਂ ਇੱਕ ਵਧੀਆ ਜੋ ਇੰਟਰਨੈਟ ਦੀ ਸਪੀਡ ਆ ਉਹਨਾਂ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਕਿਸਮ ਦੀ ਜੋ ਸਮੱਸਿਆ ਹੈ ਫਾਰਮ ਭਰਨ ਦੇ ਲੱਗਿਆਂ ਨਾ ਆਵੇ। Before starting the fill up the online application form, candidates must keep the following information documents ready। ਤਾਂ ਕਿਹੜੇ ਡਾਕੂਮੈਂਟਸ ਹੈ ਜੋ ਤੁਸੀਂ ਰੈਡੀ ਰੱਖਣੇ ਹਨ ਜਦੋਂ ਤੁਸੀਂ ਕੋਈ ਆਪਣਾ ਫਾਰਮ ਫਿਲ ਕਰਨਾ ਹੈ। ਐਨੀ ਵਨ ਆਈਡੀ ਪ੍ਰੂਫ, ਕੋਈ ਤੁਹਾਡੇ ਕੋਲ ਇੱਕ ਆਈਡੀ ਪ੍ਰੂਫ ਜੋ ਰੈਡੀ ਹੋਵੇ ਜਿਹਦੇ 'ਚ ਆਧਾਰ ਕਾਰਡ, ਪਾਸਪੋਰਟ, ਤੁਹਾਡਾ ਵੋਟਰ ਆਈਡੀ ਕਾਰਡ ਹੋ ਸਕਦਾ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ ਹੋ ਸਕਦਾ ਹੈ। ਪਰਸਨਲ ਡਿਟੇਲਸ ਹੋ ਤੁਸੀਂ ਆਪਣੇ ਕੋਲ ਰੱਖਣੀਆਂ ਜਿਹਦੇ 'ਚ ਤੁਹਾਡਾ ਮੇਨਲੀ ਐਡਰੈਸ ਹੈ। ਵੈਲਿਡ ਐਂਡ ਐਕਟਿਵ ਈਮੇਲ ਆਈਡੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਵੈਲਿਡ ਐਂਡ ਐਕਟਿਵ ਮੋਬਾਈਲ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ ਜਿਹਦੇ 'ਤੇ ਤੁਹਾਨੂੰ SMS ਆਏਗਾ। ਮੈਟ੍ਰਿਕੂਲੇਸ਼ਨ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੋ ਕਿ ਤੁਹਾਡਾ ਏਜ ਪ੍ਰੂਫ ਦੇ ਤੌਰ 'ਤੇ ਤੁਹਾਨੂੰ ਰਿਕੁਆਇਰਡ ਹੈ। ਡਿਟੇਲ ਸਰਟੀਫਿਕੇਟਸ ਪਰਟੇਨਿੰਗ ਟੂ ਰਿਕੁਐਸਟ ਐਜੂਕੇਸ਼ਨਲ ਕੁਆਲੀਫਿਕੇਸ਼ਨ, ਤੁਹਾਡੀ ਵਿੱਦਿਅਕ ਯੋਗਤਾ ਦੇ ਨਾਲ ਸੰਬੰਧਿਤ ਜੋ ਡਾਕੂਮੈਂਟਸ ਤੁਹਾਡੇ ਕੋਲ ਹੋਣੇ ਚਾਹੀਦੇ ਹਨ। ਸਰਟੀਫਿਕੇਟ ਇਸ਼ੂਡ ਬਾਏ ਦਾ ਕੰਪੀਟੈਂਟ ਅਥਾਰਟੀ ਫੋਰ ਰਿਜ਼ਰਵੇਸ਼ਨ, ਅਗਰ ਤੁਸੀਂ ਕਿਸੇ ਕੈਟੇਗਰੀ ਦੇ ਲਈ ਰਿਜ਼ਰਵੇਸ਼ਨ ਲੈਣੀ ਤਾਂ ਉਹਦੇ ਨਾਲ ਸੰਬੰਧਿਤ ਡਾਕੂਮੈਂਟ ਤੁਹਾਡੇ ਕੋਲ ਹੋਵੇ। ਅਗਰ ਤੁਸੀਂ ਪੁਲਿਸ ਪਰਸਨਲ ਦੇ ਬੱਚੇ ਹੋ ਤਾਂ ਅਗਰ ਤੁਸੀਂ ਉਸ ਕੈਟੇਗਰੀ ਦੇ ਵਿੱਚ ਤੁਸੀਂ ਰਿਜ਼ਰਵੇਸ਼ਨ ਲੈਣੀ ਤਾਂ ਉਹਦੇ ਨਾਲ ਸੰਬੰਧਿਤ ਤੁਹਾਡੇ ਕੋਲ ਡਾਕੂਮੈਂਟ ਹੋਵੇ। ਆਨਲਾਈਨ ਪੇਮੈਂਟ ਦੇ ਲਈ ਤੁਹਾਡੇ ਕੋਲ ਜੋ ਨੈਟ ਬੈਂਕਿੰਗ ਜਾਂ ਡੈਬਿਟ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ। ਸਕੈਨਡ ਇੱਕ ਤੁਹਾਡੇ ਕੋਲ ਕਲਰਡ ਫੋਟੋਗ੍ਰਾਫ ਜਿਹੜੀ ਕਿ 4.5 ਸੈਂਟੀਮੀਟਰ ਤੋਂ 3.5 ਸੈਂਟੀਮੀਟਰ ਜਿਸਦਾ ਸਾਈਜ਼ ਹੋਵੇ। ਤੁਹਾਡੇ ਕੋਲ ਜੋ ਤੁਹਾਡੇ ਇੱਕ ਸਿਗਨੇਚਰ ਹੋਣੇ ਚਾਹੀਦੇ ਹਨ ਜੋ ਕਿ 200 KB ਦਾ ਜਿਨ੍ਹਾਂ ਦਾ ਸਾਈਜ਼ ਹੋਣਾ ਚਾਹੀਦਾ ਹੈ। ਸੌਰੀ ਜਿਨ੍ਹਾਂ ਦਾ ਜੋ ਸਾਈਜ਼ ਹੈ ਜੋ ਮਿਨੀਮਮ 80 KB ਔਰ ਮੈਕਸਿਮਮ ਜਿਹੜਾ 200 KB ਹੋਵੇ ਔਰ ਜੋ ਕਿ JPEG ਫਾਰਮੈਟ ਦੇ ਵਿੱਚ ਹੋਣਾ ਚਾਹੀਦਾ ਹੈ। ਤਾਂ ਇਹਨਾਂ ਸਾਰੇ ਜੋ ਡਿਟੇਲਸ ਹਨ ਜੋ ਰਿਕੁਆਇਰਡ ਚੀਜ਼ਾਂ ਹਨ ਇਹਨਾਂ ਨੂੰ ਤੁਸੀਂ ਧਿਆਨਪੂਰਵਕ ਜੋ ਪੜ੍ਹ ਲੈਣਾ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਜੋ ਕੁਛ ਮੇਨ ਪੁਆਇੰਟਸ ਜੋ ਤੁਹਾਡੇ ਨਾਲ ਡਿਸਕਸ ਕਰਨੇ ਜ਼ਰੂਰੀ ਹਨ ਉਹਨਾਂ ਉੱਤੇ ਮੈਂ ਧਿਆਨ ਤੁਹਾਡਾ ਦਿਵਾਉਣਾ ਚਾਹੂੰਗਾ। Candidates already employed with the government applying for the recruitment will be required to get a no objection certificate। ਕਿ ਉਹ ਕੈਂਡੀਡੇਟ ਜਿਹੜੇ ਕਿ ਪਹਿਲਾਂ ਹੀ ਸਰਕਾਰੀ ਨੌਕਰੀ ਦੇ ਵਿੱਚ ਹਨ ਉਹਨਾਂ ਨੂੰ ਆਪਣੇ ਵਿਭਾਗ ਤੋਂ NOC ਲੈਣਾ ਪਵੇਗਾ, ਨੋ objection ਸਰਟੀਫਿਕੇਟ ਲੈਣਾ ਪਵੇਗਾ ਕਿ ਤੁਸੀਂ ਫੇਰ ਹੀ ਇਹਨਾਂ ਪੋਸਟਾਂ ਦੇ ਲਈ ਜੋ ਅਪਲਾਈ ਕਰ ਸਕਦੇ ਹੋ। In case the candidate experience any difficulty in downloading the admit card then he may contact the helpline। ਇੱਕ ਹੈਲਪਲਾਈਨ ਨੰਬਰ ਪ੍ਰੋਵਾਈਡ ਕੀਤੇ ਗਏ ਨੇ ਅਗਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਵਿੱਚ ਤਾਂ ਜੋ ਤੁਸੀਂ ਹੈਲਪਲਾਈਨ ਨੰਬਰ ਜੋ ਪ੍ਰੋਵਾਈਡ ਕੀਤੇ ਗਏ ਹਨ ਤੁਸੀਂ ਉਹਨਾਂ ਉੱਤੇ ਸੰਪਰਕ ਕਰ ਸਕਦੇ ਹੋ। ਇਹ ਜਿਸ ਤਰ੍ਹਾਂ ਕਿ 15 ਨੰਬਰ ਪੁਆਇੰਟ ਦੇ ਵਿੱਚ ਹੈਲਪਲਾਈਨ ਨੰਬਰ ਦਿੱਤੇ ਗਏ ਹਨ ਇਹਨਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤਾਂ ਦੋਸਤੋ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ
ਖਾਸ ਤੌਰ ਤੇ ਉਹਨਾਂ ਕੈਂਡੀਡੇਟਸ ਦੇ ਲਈ ਜਿਹੜੇ ਕਿ ਪੰਜਾਬ ਦੇ ਰੈਜ਼ੀਡੈਂਟਸ ਹਨ, ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਬਿਨਾਂ ਆਖਰੀ ਤਰੀਕ ਨੂੰ ਉਡੀਕੇ ਜਲਦ ਤੋਂ ਜਲਦ ਅਪਲਾਈ ਕਰੋ। ਸਾਡੇ ਵੱਲੋਂ ਤੁਹਾਨੂੰ ਇਹਨਾਂ ਪੋਸਟਾਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ, ਔਰ ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਦੇ ਸੰਬੰਧੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ।